ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਹੀ ਪਤਾ ਹੈ, ਅਸੀਂ ਕੁਝ ਦਿਨ ਤੋਂ ਗੂਜਰੀ ਕੀ ਵਾਰ ਦੀ ਵਿਚਾਰ ਆਪਸ ਦੇ ਅੰਦਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 13 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 14ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 521 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਜਾਂ ਕੋ ਭੈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ਜਾਂ ਕੋ ਭੈ ਕਿਰਪਾਲ, ਕਿਰਪਾਲ ਦਾ ਮਤਲਬ ਰਹਿਮਤ, ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ। ਹਰ ਹਰ ਸਈ ਜਪਾਤ, ਜਪਾਤ ਦਾ ਮਤਲਬ ਹੁੰਦਾ ਹੈ ਜਪਣਾ, ਤੇ ਜਪ ਦਾ ਮਤਲਬ ਜਾਣਨਾ। ਜਪ ਦਾ ਮਤਲਬ ਜਾਣਨਾ ਯਾਨੀ ਸਾਂਝ ਪਾਣੀ। ਤਾਂ ਜਿਨ੍ਹਾਂ ਤੇ ਪ੍ਰਭੂ ਦਇਆਵਾਨ ਹੁੰਦੇ ਨੇ, ਉਹ ਪ੍ਰਭੂ ਦੇ ਨਾਲ ਸਾਂਝ ਪਾਉਂਦੇ ਨੇ, ਭਾਵ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਪ੍ਰਭੂ ਦੇ ਗੁਣ ਗਾਉਂਦੇ ਨੇ, ਯਾਨੀ ਉਹ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਤੇ ਇਹ ਪ੍ਰੀਤ ਉਹਨਾਂ ਨੂੰ ਕਿੱਥੋਂ ਲੱਗਦੀ ਹੈ, ਜਾਂ ਜੇ ਐਸੀ ਜ਼ਿੰਦਗੀ ਅਸੀਂ ਬਣਾਉਣੀ ਚਾਹੀਏ ਤਾਂ ਅਸੀਂ ਇਹੋ ਜਿਹਾ ਜੀਵਨ ਕਿਵੇਂ ਬਣਾ ਸਕਦੇ ਹਾਂ, ਜਾਂ ਉਹਨਾਂ ਦੇ ਅੰਦਰ ਇਹ ਪ੍ਰੀਤ ਕਿਵੇਂ ਲੱਗੀ, ਜਿਨ੍ਹਾਂ ਨੇ ਪ੍ਰਭੂ ਨੂੰ ਜਾਣਿਆ, ਪ੍ਰਭੂ ਨਾਲ ਸਾਂਝ ਪਾਈ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕੀਤਾ, ਰੱਬ ਦੀ ਰਹਿਮਤ ਦੇ ਪਾਤਰ ਬਣੇ। ਅਗਲੀ ਪੰਕਤੀ ਵਿੱਚ ਗੁਰਦੇਵ ਸਾਨੂੰ ਸਮਝਾਉਂਦੇ ਹਨ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ। ਸਾਧ ਸੰਗਾਤ ਦਾ ਮਤਲਬ ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ। ਭੇਟਤ ਦਾ ਮਤਲਬ ਮਿਲਿਆ, ਰਾਮ ਦਾ ਮਤਲਬ ਜੋ ਰਮਿਆ ਹੋਇਆ ਪ੍ਰਭੂ ਹੈ। ਸਾਧ ਸੰਗਤ ਵਿੱਚ ਮਿਲਣ ਕਰਕੇ ਉਹਨਾਂ ਦੀ ਪ੍ਰੀਤ ਰੱਬ ਦੇ ਨਾਲ ਲੱਗਦੀ ਹੈ, ਰੱਬੀ ਗੁਣਾਂ ਦੇ ਨਾਲ ਲੱਗਦੀ ਹੈ। ਤਾਂ ਇਹਦਾ ਭਾਵ ਇਹ ਹੋਇਆ ਕਿ ਜੋ ਵੀ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਪ੍ਰੀਤ ਰੱਬੀ ਗੁਣਾਂ ਦੇ ਨਾਲ ਬਣੇ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕੇ, ਰੱਬ ਵਰਗਾ ਹੋ ਕੇ ਜੀ ਸਕੇ, ਤਾਂ ਉਹਦੇ ਵਾਸਤੇ ਇੱਕ ਹੀ ਫਾਰਮੂਲਾ ਹੈ, ਸਾਧ ਸੰਗਤ ਵਿੱਚ ਮਿਲਣਾ, ਭਾਵ ਕਿ ਗੁਰੂ ਦੀ ਸ਼ਰਨ ਵਿੱਚ ਆਉਣਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਮਹਿਲਾ ਪੰਜਵਾਂ। ਰਾਮ ਰਮਹੁ ਬੜ ਭਾਗੀ ਹੋ ਜਲ ਥਲ ਮਹੀਲ ਸੋਏ। ਬੜ ਭਾਗੀਓ ਪੜਨਾ ਹੈ, ਬੜ ਭਾਗੀਓ ਨਹੀਂ, ਕਿਉਂਕਿ ਕਈ ਵਾਰ ਅਸੀਂ ਥੋੜਾ ਜਿਹਾ ਉਚਾਰਨ ਗਲਤ ਕਰ ਜਾਂਦੇ ਹਾਂ। ਬੜ ਭਾਗੀਓ ਦੀ ਬਜਾਏ, ਬੱਬੇ ਦੀ ਬਜਾਏ ਵੱਵਾ ਬੋਲ ਜਾਂਦੇ ਹਾਂ, ਇਸ ਲਈ ਧਿਆਨ ਨਾਲ ਬੋਲਣਾ ਹੈ। ਰਾਮ ਰਮਹੁ ਬੜ ਭਾਗੀ ਹੋ। ਬੜ ਭਾਗੀ ਹੋ ਦਾ ਮਤਲਬ ਵੱਡੇ ਭਾਗਾਂ ਵਾਲੇ ਹੋ। ਰਮੋ ਦਾ ਮਤਲਬ ਰੱਬੀ ਗੁਣ ਗਾਓ, ਪ੍ਰਭੂ ਦੀ ਯਾਦ ਵਿੱਚ ਜੀਵੋ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੋ। ਜਲ ਦਾ ਮਤਲਬ ਜਲ ਵਿੱਚ, ਥਲ ਦਾ ਮਤਲਬ ਥਲ ਵਿੱਚ, ਮਹੀਲ ਦਾ ਮਤਲਬ ਧਰਤੀ ਦੇ ਉੱਤੇ ਯਾਨੀ ਆਕਾਸ਼ ਦੇ ਵਿੱਚ। ਹੇ ਭਾਗਾਂ ਵਾਲਿਓ, ਉਸ ਪ੍ਰਭੂ ਦੇ ਗੁਣਾਂ ਨੂੰ ਗਾਓ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਜਿਹੜਾ ਧਰਤੀ ਵਿੱਚ, ਪਾਣੀ ਵਿੱਚ ਔਰ ਆਕਾਸ਼ ਦੇ ਅੰਦਰ ਸਮਾਇਆ ਹੋਇਆ ਹੈ। ਯਾਨੀ ਪ੍ਰਭੂ ਜਲ ਥਲ ਮਹੀਲ ਦੇ ਅੰਦਰ ਰਮਿਆ ਹੋਇਆ ਹੈ। ਉਹ ਇਸ ਦੁਨੀਆ ਤੋਂ ਵੱਖਰਾ ਨਹੀਂ ਹੈ, ਸੰਸਾਰ ਦੇ ਅੰਦਰ ਹੀ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ, ਤੇ ਤਾਣੇ ਪੇਟੇ ਦੀ ਤਰ੍ਹਾਂ ਉਹਦੇ ਗੁਣ ਵੀ ਇਸ ਸੰਸਾਰ ਅੰਦਰ ਸਮਾਏ ਹੋਏ ਨੇ। ਯਾਨੀ ਹਰ ਥਾਂ ਤੇ ਉਹਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ, ਧਾਰਨ ਕੀਤਾ ਜਾ ਸਕਦਾ ਹੈ। ਇਸ ਲਈ ਹੇ ਵੱਡੇ ਭਾਗਾਂ ਵਾਲਿਓ, ਰੱਬੀ ਗੁਣਾਂ ਦੇ ਧਾਰਨੀ ਹੋਵੋ, ਜੋ ਜਲ ਥਲ ਮਹੀਲ ਦੇ ਅੰਦਰ ਸਮਾਇਆ ਹੋਇਆ ਹੈ। ਇਹਦੇ ਨਾਲ ਹੋਏਗਾ ਕੀ? ਜੇ ਅਸੀਂ ਰੱਬੀ ਗੁਣਾਂ ਦੇ ਨਾਲ ਜੁੜਾਂਗੇ, ਸਿਫਤ ਸਲਾਹ ਵਿੱਚ ਜੁੜਾਂਗੇ, ਰੱਬੀ ਰਜ਼ਾ ਵਿੱਚ ਤੁਰਾਂਗੇ, ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ, ਸਾਨੂੰ ਲਾਭ ਕੀ ਹੋਏਗਾ? ਗੁਰੂ ਜੀ ਕਹਿੰਦੇ ਹਨ, ਨਾਨਕ ਨਾਮ ਅਰਾਧਿਆ ਬਿਘਨ ਨ ਲਾਗੈ ਕੋਏ। ਇਸ ਅਰਾਧਿਆ ਨੂੰ ਅਰਾਧੀਏ ਨਹੀਂ ਪੜਨਾ, ਕਿਉਂਕਿ ਧੱਦੇ ਨਾਲ ਸਿਹਾਰੀ ਹੈ, ਇਸ ਲਈ ਉਚਾਰਨ ਹੋਏਗਾ ਅਰਾਧਿਆ। ਅਰਾਧਿਆ ਦਾ ਮਤਲਬ ਆਰਾਧਨ ਕਰਕੇ, ਜੇ ਧਿਆਨ ਧਰੀਏ, ਮੀਨਸ ਜੇ ਧਿਆਨ ਦੇ ਵਿੱਚ ਰੱਖੀਏ। ਨਾਮ ਦਾ ਮਤਲਬ ਰੱਬੀ ਹੁਕਮ, ਰੱਬੀ ਗੁਣ, ਰੱਬੀ ਗੁਣਾਂ ਨੂੰ ਜੇ ਯਾਦ ਰੱਖੀਏ,
ਰੱਬੀ ਰਜ਼ਾ ਨੂੰ ਯਾਦ ਰੱਖੀਏ ਕਿ ਅਸੀਂ ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀਣੀ ਹੈ। ਜੇ ਇਹ ਚੀਜ਼ ਹਮੇਸ਼ਾ ਯਾਦ ਹੋਏ ਔਰ ਹਮੇਸ਼ਾ ਬੰਦਾ ਰੱਬੀ ਰਜ਼ਾ ਦੇ ਵਿੱਚ ਤੁਰੇ, ਜੇ ਯਾਦ ਰੱਖੇ ਕਿ ਮੈਂ ਹਮੇਸ਼ਾ ਗੁਣਾਂ ਦੇ ਧਾਰਨੀ ਹੋਣਾ ਹੈ ਔਰ ਗੁਣਾਂ ਦਾ ਧਾਰਨੀ ਹੋਵੇ, ਤਾਂ ਰਿਜ਼ਲਟ ਨਿਕਲੇਗਾ ਵਿਘਨ ਨਾ ਲਾਗੇ ਕੋਈ, ਫਿਰ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਨਹੀਂ ਆਏਗੀ, ਕੋਈ ਕਾਮ ਕ੍ਰੋਧ ਲੋਭ ਮੋਹ ਤੁਹਾਡੇ ਰਾਹ ਦਾ ਰੋੜਾ ਨਹੀਂ ਬਣੇਗਾ। ਤੁਸੀਂ ਆਤਮਿਕ ਜੀਵਨ ਹਾਸਲ ਕਰ ਲੋਗੇ, ਜੀਵਨ ਦੇ ਅੰਦਰ ਸਫਲਤਾ ਹਾਸਲ ਕਰੋਗੇ। ਜਿਹੜਾ ਵੀ ਇਨਸਾਨ ਰੱਬੀ ਰਜ਼ਾ ਦੇ ਵਿੱਚ ਤੁਰੇਗਾ ਉਹ ਇਨਸਾਨ ਸਫਲ ਹੋਏਗਾ, ਉਹਦੇ ਜੀਵਨ ਦੇ ਅੰਦਰ ਕੋਈ ਵੀ ਵਿਘਨ ਨਹੀਂ ਆਏਗਾ। ਹੁਣ ਜੀਵਨ ਦਾ ਕੋਈ ਵੀ ਪੱਖ ਹੈ, ਜੀਵਨ ਦਾ ਕੋਈ ਵੀ ਕਾਰਜ ਹੈ, ਤਾਂ ਉਸ ਹਰ ਕਾਰਜ ਦੀ ਕੋਈ ਮਰਿਆਦਾ ਹੈ, ਉਹਦੇ ਵਾਸਤੇ ਕੋਈ ਰਿਕੁਆਇਰਮੈਂਟ ਹੈ। ਜੇ ਉਸ ਰਿਕੁਆਇਰਮੈਂਟ ਨੂੰ ਪੂਰਾ ਕਰੋਗੇ ਤਾਂ ਹੀ ਉਹ ਕਾਰਜ ਰਾਸ ਹੋਏਗਾ, ਤਾਂ ਹੀ ਉਹ ਕਾਰਜ ਸਿਰੇ ਚੜੇਗਾ। ਤੇ ਜੇ ਉਸ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰੋਗੇ ਤਾਂ ਉਹ ਕਾਰਜ ਸਿਰੇ ਨਹੀਂ ਚੜੇਗਾ, ਚਾਹੇ ਕਿਸੇ ਦਾ ਵੀ ਹੋਏ। ਇਸ ਲਈ ਗੁਰੂ ਜੀ ਕਹਿੰਦੇ ਹਨ ਕਿ ਜੋ ਰੱਬੀ ਰਜ਼ਾ ਦੇ ਅੰਦਰ ਚਲੇਗਾ, ਜੋ ਰੱਬੀ ਰਜ਼ਾ ਨੂੰ ਫੋਲੋ ਕਰੇਗਾ, ਉਹਦੇ ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਆਏਗਾ, ਭਾਵ ਉਹ ਜੀਵਨ ਮਾਰਗ ਦੇ ਅੰਦਰ ਸਫਲ ਹੋਏਗਾ। ਪੌੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗਾਹ ਪਵੈ ਥਾਏ। ਥਾਏ ਦਾ ਮਤਲਬ ਕਬੂਲ ਪੈਂਦਾ ਹੈ, ਦਰਗਾਹ ਪਵੈ ਥਾਏ ਦਾ ਮਤਲਬ ਕਬੂਲ ਹੋ ਜਾਂਦਾ ਹੈ। ਭਗਤਾਂ ਦਾ ਬੋਲਿਆ ਹੋਇਆ ਪ੍ਰਵਾਨ ਹੈ। ਪ੍ਰਵਾਨ ਕਿਹੜੀ ਚੀਜ਼ ਹੁੰਦੀ ਹੈ? ਜਿਹੜੀ ਚੀਜ਼ ਸੱਚ ਹੋਵੇ। ਯਾਨੀ ਭਗਤਾਂ ਕਾ ਬੋਲਿਆ ਦਾ ਮਤਲਬ ਜੋ ਉਹ ਬੋਲਦੇ ਨੇ, ਬੋਲਿਆ ਹੋਇਆ ਬਚਨ। ਪ੍ਰਵਾਨ ਹੈ ਦਾ ਮਤਲਬ ਪ੍ਰਮਾਣਿਕ ਹੁੰਦਾ ਹੈ, ਸੱਚਾ ਹੁੰਦਾ ਹੈ, ਰੱਬੀ ਦਰਗਾਹ ਦੇ ਵਿੱਚ ਉਹ ਥਾਂ ਪੈਂਦਾ ਹੈ। ਯਾਨੀ ਪ੍ਰਭੂ ਦੇ ਜੋ ਪਿਆਰੇ ਨੇ ਉਹਨਾਂ ਦੇ ਬਚਨ ਬਿਲਾਸ ਸੱਚੇ ਹੁੰਦੇ ਨੇ, ਪ੍ਰਵਾਨ ਹੁੰਦੇ ਨੇ। ਪ੍ਰਵਾਨ ਦਾ ਮਤਲਬ ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਉਹ ਪੂਰੇ ਉਤਰਦੇ ਨੇ, ਉਹਨਾਂ ਦਾ ਕੋਈ ਬੋਲ ਝੂਠਾ ਨਹੀਂ ਹੁੰਦਾ, ਯਾਨੀ ਉਹ ਹਮੇਸ਼ਾ ਸੱਚ ਬੋਲਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਵਰ ਸਰਾਪ ਦਿੰਦੇ ਨੇ ਤੇ ਜੋ ਕਹਿੰਦੇ ਨੇ ਉਹ ਹੋ ਜਾਂਦਾ ਕਿ ਸੂਰਜ ਠੰਡਾ ਹੋ ਜਾਏ ਤੇ ਸੂਰਜ ਠੰਡਾ ਹੋ ਜਾਏ। ਇਹਦਾ ਭਾਵ ਇਹ ਹੈ ਕਿ ਉਹ ਬੋਲਦੇ ਹੀ ਉਹ ਨੇ ਜੋ ਸੱਚ ਹੁੰਦਾ ਹੈ, ਬੋਲਦੇ ਹੀ ਉਹ ਨੇ ਜੋ ਪ੍ਰਵਾਨ ਹੈ, ਜੋ ਯੂਨੀਵਰਸਲ ਟਰੁੱਥ ਹੈ। ਤਾਂ ਭਗਤਾਂ ਦਾ ਬੋਲਿਆ ਹੋਇਆ ਹਰ ਬੋਲ ਸੱਚਾ ਹੁੰਦਾ ਹੈ। ਪ੍ਰਵਾਨ ਦਾ ਮਤਲਬ ਸੱਚਾ ਹੁੰਦਾ ਹੈ। ਦਰਗਾਹ ਪਵੇ ਥਾਏ, ਰੱਬੀ ਦਰਗਾਹ ਦੇ ਵਿੱਚ ਉਹ ਥਾਂ ਪੈਂਦਾ ਹੈ, ਭਾਵ ਯੂਨੀਵਰਸਲ ਟਰੁੱਥ ਦੇ ਉੱਤੇ ਵੀ ਉਹਨੂੰ ਪਰਖੀਏ ਤਾਂ ਉਹ ਪੂਰਾ ਉਤਰਦਾ ਹੈ, ਉਹ ਹਰ ਇੱਕ ਨੂੰ ਪ੍ਰਵਾਨ ਹੁੰਦਾ ਹੈ। ਭਗਤਾਂ ਤੇਰੀ ਟੇਕ, ਰੱਤੇ ਸੱਚ ਨਾਏ। ਨਾਏ ਦਾ ਮਤਲਬ ਨਾਮ ਯਾਨੀ ਹੁਕਮ, ਟੇਕ ਦਾ ਮਤਲਬ ਆਸਰਾ। ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਸੱਚ ਵਿੱਚ। ਹੇ ਪ੍ਰਭੂ, ਭਗਤਾਂ ਨੂੰ ਤੇਰਾ ਆਸਰਾ ਹੈ, ਉਹ ਤੇਰਾ ਆਸਰਾ ਲੈਂਦੇ ਨੇ ਤੇ ਸੱਚੇ ਹੁਕਮ ਦੇ ਅੰਦਰ ਉਹ ਹਮੇਸ਼ਾ ਰੰਗੇ ਰਹਿੰਦੇ ਨੇ, ਯਾਨੀ ਉਹ ਹੁਕਮ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਉਹ ਹਮੇਸ਼ਾ ਹੁਕਮ ਦੇ ਵਿੱਚ ਜ਼ਿੰਦਗੀ ਜੀਂਦੇ ਨੇ ਔਰ ਉਹਨਾਂ ਨੂੰ ਤੇਰਾ ਹੀ ਆਸਰਾ ਹੈ। ਤੇਰੇ ਹੁਕਮ ਦੇ ਆਸਰੇ, ਤੇਰੇ ਨਾਮ ਦੇ, ਤੇਰੇ ਗੁਣਾਂ ਦੇ ਆਸਰੇ ਉਹ ਜ਼ਿੰਦਗੀ ਜੀਂਦੇ ਨੇ। ਜਿਵੇਂ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਨਾ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਆਧਾਰ ਦਾ ਮਤਲਬ ਹੀ ਬੇਸ ਹੈ, ਆਧਾਰ ਦਾ ਮਤਲਬ ਹੀ ਸਹਾਰਾ ਹੈ। ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਇੱਥੇ ਧਾਰੇ ਦਾ ਮਤਲਬ ਆਸਰੇ ਹੈ ਤੇ ਨਾਮ ਦਾ ਮਤਲਬ ਹੁਕਮ, ਕਿ ਸਾਰੀ ਜੋ ਕਾਇਨਾਤ ਹੈ, ਜੋ ਖੰਡ ਮੰਡਲ ਬ੍ਰਹਿਮੰਡ ਨੇ, ਉਹ ਸਾਰੇ ਨਾਮ ਦਾ ਮਤਲਬ ਹੁਕਮ ਦੇ ਆਸਰੇ ਨੇ, ਸਿਸਟਮ ਦੇ ਆਸਰੇ ਨੇ, ਸਾਰਾ ਕੁਝ ਸਿਸਟਮ ਵਿੱਚ ਹੈ। ਤਾਂ ਹੇ ਮਾਲਕ, ਜੇ ਤੇਰੇ ਭਗਤ ਨੇ, ਜੋ ਤੇਰੇ ਚਰਨਾਂ ਦੀ ਸ਼ਰਨ ਵਿੱਚ ਨੇ, ਜੋ ਤੇਰੇ ਨਾਲ ਪ੍ਰੀਤ ਪਾਉਣ ਵਾਲੇ ਨੇ, ਉਹਨਾਂ ਨੂੰ ਤੇਰੇ ਹੁਕਮ ਦਾ ਹੀ ਆਸਰਾ ਹੁੰਦਾ ਹੈ, ਉਹ ਤੇਰੇ ਹੁਕਮ ਦੇ ਰੰਗ ਦੇ ਅੰਦਰ ਰੰਗੇ ਹੁੰਦੇ ਹਨ, ਭਾਵ ਉਹਨਾਂ ਨੇ ਆਪਣੇ ਜੀਵਨ ਦਾ ਆਧਾਰ ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ ਬਣਾਇਆ ਹੁੰਦਾ ਹੈ। ਜਿਸ ਨੂੰ ਹੋਏ ਕਿਰਪਾਲ, ਤਿਸ ਕਾ ਦੁੱਖ ਜਾਏ। ਜਿਸ ਪ੍ਰਭੂ ਤੇ, ਜਿਸ ਮਨੁੱਖ ਤੇ ਪ੍ਰਭੂ ਮਿਹਰਬਾਨ ਹੁੰਦਾ ਹੈ, ਉਹਦਾ ਦੁੱਖ ਦੂਰ ਹੋ ਜਾਂਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਮਿਹਰਬਾਨ ਕਿਹਦੇ ਤੇ ਹੈ? ਜੋ ਰਜ਼ਾ ਦੇ ਵਿੱਚ ਤੁਰ ਰਿਹਾ ਹੈ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹੈ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, ਜੋ ਉਹਦੀ ਰਹਿਮਤ ਦਾ ਪਾਤਰ ਬਣ ਗਿਆ ਹੈ, ਤਾਂ ਉਹਦਾ ਦੁੱਖ ਚਲਾ ਜਾਂਦਾ ਹੈ। ਹੁਣ ਦੁੱਖ ਜ਼ਿੰਦਗੀ ਵਿੱਚ ਕਿਉਂ ਨੇ?
दुख साडी जिंदगी विच साडे औगुणा करके ने, सौड़ी और माड़ी घटिया सोच करके, माड़े बिहेवियर करके ने। चाहे वो बिहेवियर मेरा है या किसी होर दा है, जीवन दे अंदर जो दुखांत वापरदे ने माड़ी सोच माड़े बिहेवियर करके, सिस्टम नूं तोड़न करके वापरदे ने। ते जे साडी जिंदगी विच किते दुख है, ਅਸੀਂ किते सिस्टम नूं फॉलो नहीं कर रहे, ਤਾਂ ਫਿਰ ਚਾਹੀਦਾ ਹੈ ਕਿ ਅਸੀਂ ਸਿਸਟਮ ਨੂੰ ਫੋਲੋ ਕਰੀਏ, ਤਾਂ ਸਾਡਾ ਵੀ ਉਹ ਦੁੱਖ ਚਲਾ ਜਾਏਗਾ। ਪ੍ਰਭੂ ਕਿਰਪਾਲ ਹੋ ਜਾਏਗਾ। ਤੇ ਕਿਰਪਾਲ ਉਹਦੇ ਤੇ ਹੈ ਜੋ ਰਜਾ ਭਾਣੇ ਦੇ ਵਿੱਚ ਤੁਰਦਾ ਹੈ। हे ਪ੍ਰਭੂ, ਜਿਸ ਤੇ ਤੂੰ ਰਹਿਮਤਵਾਨ ਹੁੰਦਾ ਹੈ, ਉਹ ਤੇਰੀ ਰਜਾ ਭਾਣੇ ਵਿੱਚ ਤੁਰਦਾ ਹੈ, ਉਹਦੇ ਜੀਵਨ ਦੇ ਦੁੱਖ ਚਲੇ ਜਾਂਦੇ ਨੇ। ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ। दयाल का मतलब है दयालु प्रभु। भगत तेरे जो बंदगी करने वाले तेरे बंदे ने, उन्हां ते तू कृपा करदा है। भगत का मतलब ਜਿਹੜੇ ਉਰੰਭੀ ਗੁਣਾਂ ਦੇ ਧਾਰਨੀ ਨੇ, ਜਿਵੇਂ ਕਿ ਆਪਾਂ ਬਾਬਾ ਫਰੀਦ ਜੀ ਦਾ ਸ਼ਲੋਕ ਸਾਨੂੰ ਕਰੀਬ ਸਾਰਿਆਂ ਨੂੰ ਹੀ ਯਾਦ ਹੈ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਉਹ ਐਸਾ ਭਗਤ ਸਦਾਏ। ਭਗਤ ਦਾ ਮਤਲਬ ਜੋ ਰੱਬੀ ਗੁਣਾਂ ਨੂੰ ਫੋਲੋ ਕਰਦਾ ਹੈ, ਜੋ ਰੱਬੀ ਰਜ਼ਾ ਦੇ ਅੰਦਰ ਚੱਲਦਾ ਹੈ। हे ਮਾਲਕ, ਉਹਨਾਂ ਦੇ ਉੱਤੇ ਤੂੰ ਹਮੇਸ਼ਾ ਹੀ ਮਿਹਰਬਾਨ ਹੈ। ਉਹ ਤੇਰੀ ਮਿਹਰ ਔਰ ਬਖਸ਼ਿਸ਼ ਦੇ ਪਾਤਰ ਨੇ। ਦੁੱਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਮਾਏ ਦਾ ਮਤਲਬ ਮਾਇਆ। ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈ, ਜੋ ਤੇਰੀ ਰਜ਼ਾ ਭਾਣੇ ਵਿੱਚ ਤੁਰਦਾ ਹੈ, ਉਹਨੂੰ ਮਾਇਆ ਨਹੀਂ ਪੋ ਸਕਦੀ। ਨਾ ਪੋਹੇ ਤਿਸ ਮਾਏ, ਉਹਨੂੰ ਮਾਇਆ ਪੋ ਨਹੀਂ ਸਕਦੀ, ਮਾਇਆ ਉਹਨੂੰ ਟੱਚ ਵੀ ਨਹੀਂ ਕਰ ਸਕਦੀ। ਔਰ ਕੋਈ ਦੁੱਖ ਦਰਦ, ਵੱਡੇ ਤੋਂ ਵੱਡਾ ਰੋਗ ਵੀ ਉਹਨੂੰ ਨਹੀਂ ਪੁੰਦਾ। ਉਹਦੀ ਜ਼ਿੰਦਗੀ ਵਿੱਚ ਕੋਈ ਦੁੱਖ ਕੋਈ ਦਰਦ ਨਹੀਂ, ਔਰ ਉਹਨੂੰ ਮਾਇਆ ਵੀ ਨਹੀਂ ਪੋ ਸਕਦੀ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ ਹੈ। ਦੁੱਖ ਦਰਦ ਵੱਡ ਰੋਗ, ਹੁਣ ਵੱਡੇ ਰੋਗ ਕਿਹੜੇ ਨੇ? ਹਉਮੈ ਦਾ ਵੱਡਾ ਰੋਗ ਹੈ ਨਾ, ਹਉਮੈ ਦੀਰਘ ਰੋਗ ਹੈ। ਆ ਜਿਹੜੇ ਕੰਮ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਸਾਰੇ ਦੇ ਸਾਰੇ ਰੋਗ ਨੇ। ਤੇ ਇਹਨਾਂ ਰੋਗਾਂ ਕਰਕੇ ਹੀ ਦੁੱਖ ਔਰ ਦਰਦ ਪੈਦਾ ਹੁੰਦੇ ਨੇ। ਜਦੋਂ ਰੋਗ ਹੁੰਦਾ ਨਾ, ਕਿਸੇ ਨੂੰ ਬਿਮਾਰ ਹੋ ਜਾਏ, ਮੰਨ ਲਓ ਬੁਖਾਰ ਹੋ ਗਿਆ, ਤੇ ਫਿਰ ਨਾਲ ਸਿਰ ਪੀੜ ਵੀ ਹੁੰਦੀ ਹੈ, ਬੋਡੀ ਵੀ ਦਰਦ ਕਰਦੀ ਹੈ, ਦੁੱਖ ਵੀ ਹੁੰਦਾ ਹੈ। ਜਦੋਂ ਰੋਗ ਪੈਦਾ ਹੁੰਦਾ ਹੋ ਜਾਏ, ਉਦੋਂ ਦਰਦ ਵੀ ਪੈਦਾ ਹੁੰਦਾ। ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਚ ਕਾਮ ਕ੍ਰੋਧ ਲੋਭ ਆਦਿਕ ਰੋਗ ਪੈਦਾ ਹੋ ਜਾਂਦੇ ਨੇ, ਤੇ ਇਹਨਾਂ ਰੋਗਾਂ ਤੋਂ ਫਿਰ ਸਾਨੂੰ ਮਾਨਸਿਕ ਪੀੜਾ ਵੀ ਹੁੰਦੀ ਹੈ, ਸਾਡੇ ਜੀਵਨ ਦੇ ਅੰਦਰ ਦਰਦ ਵੀ ਪੈਦਾ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੇਰੇ ਚਰਨਾਂ ਦੀ ਸ਼ਰਨ ਵਿੱਚ ਨੇ, ਜੋ ਤੇਰੇ ਰਹਿਮਤ ਦੀ ਪਾਤਰ ਨੇ, ਉਹਨਾਂ ਦੇ ਜੀਵਨ ਦੇ ਅੰਦਰ ਕੋਈ ਰੋਗ ਨਹੀਂ ਹੁੰਦਾ, ਇਸ ਲਈ ਉਹਨਾਂ ਦੇ ਜੀਵਨ ਵਿੱਚ ਕੋਈ ਦਰਦ ਵੀ ਨਹੀਂ ਹੈ। ਔਰ ਦੂਜੀ ਗੱਲ, ਉਹਨਾਂ ਨੂੰ ਮਾਇਆ ਨਹੀਂ ਪੁੰਦੀ। ਪੁੰਦੀ ਦਾ ਮਤਲਬ ਟੱਚ ਵੀ ਨਹੀਂ ਕਰਦੀ। ਤੇ ਮਾਇਆ ਨੂੰ ਹੁਣ ਸਾਰੇ ਕਲਾਸ ਵਾਲੇ ਅਸੀਂ ਸਮਝਦੇ ਹਾਂ ਕਿ ਮਾਇਆ ਪੈਸਾ ਨਹੀਂ ਹੈ, ਮਾਇਆ ਪ੍ਰੋਪਰਟੀ ਨਹੀਂ ਹੈ। ਮਾਇਆ ਇੱਕ ਸੋਚ ਦਾ ਨਾਮ ਹੈ, ਜੋ ਘਟੀਆ ਸੋਚ ਹੈ, ਜੋ ਬੰਦੇ ਨੂੰ ਬੰਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ। ਜਿਹੜੀ ਸੋਚ ਬੰਦੇ ਨੂੰ ਸੈਲਫਿਸ਼ ਜਾਂ ਸਵਾਰਥੀ ਬਣਾਉਂਦੀ ਹੈ, ਜਿਹੜੀ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਮਾਇਆ ਹੈ। ਤੇ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੂੰ ਇਹ ਸੋਚ ਪੁੰਦੀ ਵੀ ਨਹੀਂ। ਉਹਨਾਂ ਦੇ ਸੋਚ ਨੇੜੇ ਤੇੜੇ ਵੀ ਨਹੀਂ ਹੈ, ਉਹਨਾਂ ਦੇ ਅੰਦਰ ਇਹ ਸੋਚ ਹੈ ਹੀ ਨਹੀਂ। ਇਸ ਕਰਕੇ ਉਹਨਾਂ ਨੂੰ ਕੋਈ ਰੋਗ ਵੀ ਨਹੀਂ ਕਾਮ ਆਦਿਕ, ਔਰ ਉਹਨਾਂ ਦੇ ਜੀਵਨ ਦੇ ਅੰਦਰ ਕੋਈ ਦਰਦ ਵੀ ਨਹੀਂ ਹੈ, ਕੋਈ ਦੁੱਖ ਦਰਦ ਉਹਨਾਂ ਤੇ ਪ੍ਰਭਾਵ ਨਹੀਂ ਪਾਉਂਦਾ। ਭਗਤਾਂ ਇਹ ਆਧਾਰ ਗੁਣ ਗੋਬਿੰਦ ਗਾਏ। ਗੋਬਿੰਦ ਦੇ ਗੁਣ ਗਾ ਗਾ ਕੇ ਭਗਤਾਂ ਦੀ ਜ਼ਿੰਦਗੀ ਦਾ ਇਹ ਆਸਰਾ ਬਣ ਜਾਂਦਾ। ਯਾਨੀ ਭਗਤਾਂ ਦੀ ਜ਼ਿੰਦਗੀ ਦਾ ਆਸਰਾ ਹੀ ਗੋਬਿੰਦ ਦੇ ਗੁਣ ਨੇ। ਉਹ ਗੁਣਾਂ ਦੀ ਗੱਲ ਕਰਦੇ ਨੇ, ਗੁਣਾਂ ਬਾਰੇ ਸੁਣਦੇ ਨੇ, ਗੁਣਾਂ ਬਾਰੇ ਬੋਲਦੇ ਨੇ, ਗੁਣਾਂ ਨੂੰ ਸੰਗ੍ਰਹਿਣ ਕਰਦੇ ਨੇ, ਗੁਣਾਂ ਵਾਲੀ ਜ਼ਿੰਦਗੀ ਜੀਂਦੇ ਨੇ। ਯਾਨੀ ਮਨ ਬਚਨ ਔਰ ਕਰਮ ਕਰਕੇ ਉਹ ਗੁਣਾਂ ਦੇ ਧਾਰਨੀ ਨੇ। ਗੁਣ ਹੀ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਹੈ, ਗੁਣ ਹੀ ਉਹਨਾਂ ਦੀ ਜ਼ਿੰਦਗੀ ਦਾ ਬੇਸ ਹੈ। ਗੁਣਾਂ ਉੱਤੇ ਹੀ ਉਹਨਾਂ ਦੀ ਜ਼ਿੰਦਗੀ ਉਸਰੀ ਹੈ, ਗੁਣਾਂ ਦੇ ਸਹਾਰੇ ਹੀ ਉਹਨਾਂ ਦੀ ਜ਼ਿੰਦਗੀ ਖੜੀ ਹੈ। ਉਹੀ ਭਗਤ ਨੇ ਜਿਹੜੇ ਗੁਣਾਂ ਦੇ ਧਾਰਨੀ ਨੇ। ਤਾਂ ਸਾਧੂਆਂ ਦਾ ਯਾਨੀ ਭਗਤਾਂ ਦਾ, ਜੋ ਰੱਬ ਦੇ ਪਿਆਰੇ ਨੇ, ਉਹਨਾਂ ਦਾ ਆਸਰਾ ਹੀ ਕੇਵਲ ਪ੍ਰਭੂ ਦੇ ਗੁਣ ਨੇ, ਔਰ ਉਹ ਪ੍ਰਭੂ ਦੇ ਗੁਣ ਹੀ ਹਮੇਸ਼ਾ ਗਾਉਂਦੇ ਨੇ, ਗੁਣਾਂ ਦੇ ਹਮੇਸ਼ਾ ਧਾਰਨੀ ਨੇ। ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ।
ਤੇ ਐਸੀ ਜ਼ਿੰਦਗੀ ਉਹਨਾਂ ਦੀ ਕਿਵੇਂ ਬਣ ਗਈ ਹੈ? ਉਹਨਾਂ ਨੇ ਦਿਨ ਰਾਤ ਸਦਾ ਇੱਕ ਪ੍ਰਭੂ ਦਾ ਹੀ ਧਿਆਨ ਧਰਿਆ ਹੈ। ਆਪਣੇ ਧਿਆਨ ਦੇ ਅੰਦਰ, ਆਪਣੀ ਸੋਚ ਦੇ ਅੰਦਰ ਇੱਕ ਨੂੰ ਹੀ ਵਸਾਇਆ ਹੈ। ਉਹਨਾਂ ਦੀ ਸੋਚ ਦੇ ਅੰਦਰ ਕੁਝ ਹੋਰ ਹੈ ਹੀ ਨਹੀਂ। ਦਿਨ ਰਾਤ, ਹਰ ਪਲ, ਹਰ ਸਮੇਂ ਉਹਨਾਂ ਦੀ ਸੋਚ ਵਿੱਚ ਹੀ ਰੱਬ ਹੈ, ਉਹਨਾਂ ਦੀ ਸੋਚ ਵਿੱਚ ਹੀ ਗੁਣ ਨੇ, ਉਹਨਾਂ ਦੀ ਸੋਚ ਵਿੱਚ ਪੋਜ਼ਿਟਿਵਿਟੀ ਹੈ, ਚੜ੍ਹਦੀ ਕਲਾ ਹੈ। ਉਹ ਇੱਕ ਨੂੰ ਹੀ ਚਾਰ ਚੁਫੇਰੇ ਵੇਖਦੇ ਨੇ ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਫੈਲਿਆ ਹੋਇਆ ਹੈ, ਇੱਕ ਹੀ ਸਭ ਥਾਵਾਂ ਦੇ ਉੱਤੇ ਸਮਾਇਆ ਹੋਇਆ ਹੈ। ਇਸ ਕਰਕੇ ਉਹਨਾਂ ਦਾ ਵਿਹਾਰ ਵੀ ਸਾਰਿਆਂ ਨਾਲ ਇੱਕ ਜੈਸਾ ਚੰਗਾ ਹੁੰਦਾ ਹੈ। ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਨੇ, ਇੱਕ ਦੇ ਨਾਲ ਜੁੜ ਕੇ ਉਹ ਇੱਕ ਵਰਗੇ ਹੀ ਹੋ ਜਾਂਦੇ। ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਘਾਏ। ਇੱਥੇ ਜਨ ਤੇ ਜਾ ਕੇ ਵਿਸ਼ਰਾਮ ਲਗਾਣਾ ਹੈ। ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਘਾਏ। ਪੀਵਤ ਦਾ ਮਤਲਬ ਪੀ ਕੇ, ਅੰਮ੍ਰਿਤ ਨਾਮ ਆਤਮਕ ਜੀਵਨ ਦੇਣ ਵਾਲਾ ਹੁਕਮ, ਨਾਮ ਦਾ ਮਤਲਬ ਹੁਕਮ। ਪੀਵਤ ਦਾ ਮਤਲਬ ਪੀ ਕੇ। ਹੁਣ ਦੇਖੋ, ਹੁਕਮ ਨੂੰ ਅਸੀਂ ਪੀ ਨਹੀਂ ਨਾ ਸਕਦੇ। ਇੱਥੇ ਪੀਣ ਦਾ ਮਤਲਬ ਇਹਨੂੰ ਵਰਤਣਾ, ਹੁਕਮ ਦੇ ਵਿੱਚ ਰਹਿਣਾ, ਹੁਕਮ ਨੂੰ ਇੰਪਲੀਮੈਂਟ ਕਰਨਾ, ਹੁਕਮ ਨੂੰ ਯੂਜ਼ ਕਰਨਾ, ਹੁਕਮ ਵਿੱਚ ਜ਼ਿੰਦਗੀ ਜੀਣੀ, ਹੁਕਮ ਅਨੁਸਾਰੀ ਹੋਣਾ। ਤਾਂ ਹੁਕਮ ਅਨੁਸਾਰੀ ਹੋ ਕੇ ਨਾਮੇ ਰਹੇ ਅਘਾਏ, ਨਾਮ ਦੇ ਰਾਹੀਂ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਿਆਂ। ਅਘਾਏ ਦਾ ਮਤਲਬ ਉਹ ਰੱਜੇ ਰਹਿੰਦੇ ਨੇ, ਤ੍ਰਿਪਤ ਰਹਿੰਦੇ ਨੇ, ਸ਼ਾਂਤ ਰਹਿੰਦੇ ਨੇ। ਉਹਨਾਂ ਨੂੰ ਇਸ ਚੀਜ਼ ਦੀ ਖਬਰ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ ਕਿ ਰੱਬੀ ਰਜ਼ਾ ਭਾਣੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਰਜ਼ਾ ਭਾਣੇ ਦੇ ਅੰਦਰ ਬਹੁਤ ਕੁਝ ਹੋ ਸਕਦਾ ਹੈ। ਇਸ ਲਈ ਉਹ ਤ੍ਰਿਪਤ ਨੇ, ਉਹ ਖੁਸ਼ ਨੇ, ਉਹ ਸ਼ਾਂਤ ਨੇ। ਉਹਨਾਂ ਨੂੰ ਸਮਝ ਹੈ ਇਸ ਚੀਜ਼ ਦੀ ਕਿ ਰੱਬੀ ਹੁਕਮ ਦੇ ਅੰਦਰ ਹੀ ਸਾਰਾ ਕੁਝ ਹੋ ਰਿਹਾ ਹੈ, ਤੇ ਰੱਬੀ ਹੁਕਮ ਦੇ ਅੰਦਰ ਚੱਲਦਿਆਂ ਹੋਇਆਂ ਉਹ ਹਮੇਸ਼ਾ ਹਮੇਸ਼ਾ ਖੁਸ਼ ਔਰ ਪ੍ਰਸੰਨ ਰਹਿੰਦੇ ਨੇ। ਉਹਨਾਂ ਦੇ ਜੀਵਨ ਦੇ ਅੰਦਰ ਤ੍ਰਿਸ਼ਨਾ, ਪਾਪ, ਵਿਕਾਰ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੈ, ਮੰਨ ਲਓ ਹੁਣ ਜੇ ਆਪਾਂ ਆਮ ਦੁਨਿਆਵੀ ਗੱਲ ਕਰੀਏ ਤਾਂ ਜੇ ਕੋਈ ਬੰਦਾ ਹੈ ਨਾ, ਮੰਨ ਲਓ ਉਹਦੀ 400 ਪਾਉਂਡ ਵੀਕ ਬਣਦੀ ਹੈ, ਲੇਕਿਨ ਲੋੜ ਉਹਨੂੰ ਥੋੜੀ ਜ਼ਿਆਦਾ ਹੈ, ਤਾਂ ਜੋ ਆਮ ਆਦਮੀ ਹੈ ਉਹ ਪਰੇਸ਼ਾਨ ਹੋਏਗਾ, ਦੁਖੀ ਹੋਏਗਾ। ਲੇਕਿਨ ਜਿਹੜਾ ਨਾਮ ਨੂੰ ਸਮਝਣ ਵਾਲਾ ਹੈ ਨਾ, ਨਾਮ ਦਾ ਮਤਲਬ ਹੁਕਮ ਨੂੰ, ਸਿਸਟਮ ਨੂੰ, ਉਹ ਦੁਖੀ ਨਹੀਂ ਹੋਏਗਾ। ਉਹਨੂੰ ਇਹ ਪਤਾ ਹੋਏਗਾ ਕਿ ਜਿਹੜਾ ਮੈਂ ਕੰਮ ਕਰ ਰਿਹਾ ਇਹਦੇ ਵਿੱਚ ਸਿਰਫ 400 ਪਾਉਂਡ ਹੀ ਬਣ ਸਕਦਾ ਹੈ, ਇਹਦੇ ਵਿੱਚ ਜ਼ਿਆਦਾ ਬਣ ਹੀ ਨਹੀਂ ਸਕਦਾ। 400 ਹੀ ਮਿਲੇਗਾ ਨਾ, ਸਿਸਟਮ ਹੈ। ਉਹਨੂੰ ਸਿਸਟਮ ਦਾ ਪਤਾ ਲੱਗ ਗਿਆ, ਉਹ ਦੁਖੀ ਨਹੀਂ ਹੋਏਗਾ। ਉਹ ਆਪਣੀ ਦੂਜੀ ਲੋੜ ਪੂਰੀ ਕਰਨ ਲਈ ਪਾਰਟ ਟਾਈਮ ਜੌਬ ਕਰੇਗਾ ਜਾਂ ਓਵਰ ਟਾਈਮ ਲਗਾਏਗਾ ਜਾਂ ਆਪਣੇ ਬਜਟ ਨੂੰ ਸੈੱਟ ਕਰੇਗਾ, ਦੁਖੀ ਨਹੀਂ ਹੋਏਗਾ। ਤੇ ਜਿਹੜਾ ਆਮ ਬੰਦਾ ਹੈ, ਜਿਹੜਾ ਸਿਸਟਮ ਨੂੰ ਫੋਲੋ ਨਹੀਂ ਕਰਦਾ, ਉਹ 400 ਦੇ ਵਿੱਚ ਦੁਖੀ ਹੋਏਗਾ, ਹਰ ਟਾਈਮ ਅਸ਼ਾਂਤ ਰਹੇਗਾ, ਉਹ ਕਲਪੇਗਾ। ਲੇਕਿਨ ਕਲਪਨ ਦੇ ਨਾਲ ਬੰਨਾ ਤੇ ਕੁਝ ਵੀ ਨਹੀਂ ਮਿਲਣਾ, ਤੇ 400 ਹੀ। ਇਸ ਲਈ ਜੋ ਹੁਕਮ ਨੂੰ ਸਮਝ ਲੈਂਦਾ ਨਾ ਬੰਦਾ, ਉਹ ਫਿਰ ਤ੍ਰਿਪਤ ਹੁੰਦਾ ਹੈ। ਉਹਨੂੰ ਸਮਝ ਹੁੰਦੀ ਹੈ ਕਿ ਇਹ ਸਿਸਟਮ ਦੇ ਵਿੱਚ ਇਹ ਹੀ ਕੁਝ ਹੋ ਸਕਦਾ ਹੈ, ਇਸ ਤੋਂ ਜ਼ਿਆਦਾ ਨਹੀਂ। ਗੱਲ ਸਿਰਫ ਇਹ ਪੈਸੇ ਦੀ ਨਹੀਂ ਹੈ, ਇਹ ਤਾਂ ਨਿੱਕੀ ਜਿਹੀ ਇੱਕ ਮਿਸਾਲ ਲਈ ਹੈ। ਗੱਲ ਤਾਂ ਪੂਰੀ ਜ਼ਿੰਦਗੀ ਦੀ ਹੈ ਕਿ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ, ਸਿਸਟਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜੇ ਅਸੀਂ ਕੁਝ ਵੱਧ ਚਾਹੁੰਦੇ ਹਾਂ ਤਾਂ ਸਾਨੂੰ ਐਕਸਟਰਾ ਐਫਰਟਸ ਪਾਣੇ ਪੈਣਗੇ, ਆਪਣੇ ਕੰਫਰਟ ਜ਼ੋਨ ਚੋਂ ਬਾਹਰ ਜਾਣਾ ਪਏਗਾ। ਜਿੰਨਾ ਕੁ ਮੈਨੂੰ ਮਾਣ ਆਦਰ ਮਿਲਦਾ, ਜੈਸੀ ਮੈਂ ਜ਼ਿੰਦਗੀ ਜੀ ਰਿਹਾ, ਇਹਦੇ ਨਾਲ ਇੰਨਾ ਕੀ ਮਿਲ ਸਕਦਾ, ਇਸ ਤੋਂ ਜ਼ਿਆਦਾ ਨਹੀਂ। ਤੇ ਜੇ ਮੈਂ ਚਾਹਨਾ ਕਿ ਮੈਨੂੰ ਜ਼ਿਆਦਾ ਮਾਣ ਆਦਰ ਮਿਲੇ ਤਾਂ ਫਿਰ ਮੈਨੂੰ ਐਕਸਟਰਾ ਕੁਝ ਕਰਨਾ ਪਵੇਗਾ ਨਾ, ਜਿਸ ਕਰਕੇ ਮਾਣ ਆਦਰ ਮਿਲੇ, ਸਤਿਕਾਰ ਮਿਲੇ। ਮੈਂ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਵਾਂ, ਕਿਸੇ ਦੀ ਹੈਲਪ ਕਰਾਂ ਜਾਂ ਕੁਝ ਨਵਾਂ ਐਸਾ ਕਰਾਂ ਚੰਗਾ, ਤਾਂ ਹੀ ਮਿਲੇਗਾ ਨਾ। ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਓ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਸ਼ਲੋਕ ਮਹਿਲਾ ਪੰਜਵਾਂ। ਕੋਟ ਬਿਘਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾਉ। ਨਾਉ ਦਾ ਮਤਲਬ ਨਾਮ, ਨਾਮ ਦਾ ਮਤਲਬ ਹੁਕਮ। ਜਿਸ ਨੂੰ ਹੁਕਮ ਭੁੱਲ ਜਾਂਦਾ ਹੈ, ਯਾਨੀ ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦਾ, ਉਹਦੀ ਜ਼ਿੰਦਗੀ ਵਿੱਚ ਕਰੋੜਾਂ ਵਿਘਨ ਲੱਗ ਜਾਂਦੇ ਨੇ, ਕਰੋੜਾਂ ਵਿਘਨ ਉਹਨੂੰ ਆ ਕੇ ਘੇਰ ਲੈਂਦੇ ਨੇ, ਅਨੇਕਾਂ ਪਰੇਸ਼ਾਨੀਆਂ ਉਹਦੀ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ, ਜੋ ਹੁਕਮ ਨੂੰ ਫੋਲੋ ਨਹੀਂ ਕਰਦਾ। ਜੇ ਅਸੀਂ ਸਿੰਪਲ ਗੱਲ ਆਪਣੀ ਜ਼ਿੰਦਗੀ ਨੂੰ ਲੈ ਕੇ ਸਮਝੀਏ, ਮੰਨ ਲਓ ਅਸੀਂ ਪਰਿਵਾਰ ਨੂੰ ਹੀ ਲਵੀਏ। ਸਾਡੇ ਪਰਿਵਾਰ ਦੇ ਵਿੱਚ ਕਲ ਕਲੇਸ਼ ਹੈ, ਤੇ ਕਲ ਕਲੇਸ਼ ਕਿਉਂ ਹੈ? ਕਿਉਂਕਿ ਸਾਨੂੰ ਨਾਮ ਭੁੱਲਿਆ ਹੈ। ਨਾਮ ਦਾ ਮਤਲਬ ਸਿਸਟਮ ਭੁੱਲਿਆ ਹੋਇਆ ਹੈ, ਹੁਕਮ ਭੁੱਲਿਆ ਹੋਇਆ ਹੈ। ਘਰ ਦੇ ਅੰਦਰ ਇੱਕ ਸਿਸਟਮ ਹੈ ਨਾ,
ਮਾਂ ਬਾਪ ਦੇ ਕੋ ਰੋਲ ਨੇ, ਬੱਚਿਆਂ ਦੇ ਰੋਲ ਨੇ, ਨੂੰਹ ਦਾ ਰੋਲ ਹੈ, ਪਤੀ ਦਾ ਰੋਲ ਹੈ, ਪਤਨੀ ਦਾ, ਸਾਰਿਆਂ ਦੇ ਅਲੱਗ-ਅਲੱਗ ਕੰਮ ਨੇ ਨਾ, ਫਰਜ਼ ਨੇ। ਤੇ ਜੇ ਸਾਰੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨ ਤਾਂ ਉਸ ਪਰਿਵਾਰ ਦੇ ਵਿੱਚ ਕਲੇਸ਼ ਨਹੀਂ ਰਹੇਗਾ। ਤੇ ਜਿਹੜਾ ਇਸ ਚੀਜ਼ ਨੂੰ ਭੁੱਲ ਜਾਏਗਾ, ਫਰਜ਼ਾਂ ਨੂੰ ਤੇ ਪੂਰੀਆਂ ਨਹੀਂ ਕਰੇ ਤੇ ਇਕੱਲੇ ਹੱਕ ਹੀ ਮੰਗੇਗਾ, ਉੱਥੇ ਤਾਂ ਕਲੇਸ਼ ਰਹੇਗਾ ਨਾ, ਕਿਉਂਕਿ ਹਰ ਚੀਜ਼ ਦਾ ਸਿਸਟਮ ਹੈ। ਜੇ ਕੋਈ ਬੰਦਾ ਅਮੀਰ ਹੋਣਾ ਚਾਹੁੰਦਾ ਹੈ ਤਾਂ ਉਹਦਾ ਸਿਸਟਮ ਹੈ ਕਿ ਉਹਨੂੰ ਕੰਮ ਕਰਨਾ ਪਏਗਾ। ਇਹਦਾ ਮਤਲਬ ਇਹ ਨਹੀਂ ਕਿ 2 ਨੰਬਰ ਦੇ ਧੰਦੇ ਕਰੇ, ਉਹਨੂੰ ਕੰਮ ਤਾਂ ਕਰਨਾ ਪਏਗਾ ਨਾ। ਤੇ ਜੇ ਉਹ ਸਿਸਟਮ ਨੂੰ ਫੋਲੋ ਨਾ ਕਰੇ ਤਾਂ ਉਹਦੇ ਜੀਵਨ ਵਿੱਚ ਵਿਘਨ ਆ ਜਾਣਗੇ। ਜੇ ਕੋਈ ਵਪਾਰ ਕਰਦਾ ਹੈ, ਮਾਨੋ ਕਿਸੇ ਨੇ ਵਪਾਰ ਕੀਤਾ ਤੇ ਵਪਾਰ ਦੇ ਅੰਦਰ ਉਹ ਫੇਲ ਹੋ ਗਿਆ। ਹੁਣ ਫੇਲ ਕਿਉਂ ਹੋ ਗਿਆ? ਫੇਲ ਇਸ ਕਰਕੇ ਹੋ ਗਿਆ ਕਿ ਉਹਨੂੰ ਸਿਸਟਮ ਦਾ ਨਹੀਂ ਪਤਾ, ਸਿਸਟਮ ਨੂੰ ਉਹਨੇ ਫੋਲੋ ਨਹੀਂ ਕੀਤਾ। ਵਪਾਰ ਕਿਵੇਂ ਕਰਨਾ ਹੈ, ਕਿੱਥੋਂ ਸਮਾਨ ਲਿਆਉਣਾ ਹੈ, ਕਿੱਥੇ ਵੇਚਣਾ ਹੈ, ਦੁਕਾਨ ਖੋਲਣੀ, ਗਾਹਕਾਂ ਦੇ ਨਾਲ ਡੀਲ ਕਰਨੀ, ਇਹ ਚੀਜ਼ ਬਾਰੇ ਨਹੀਂ ਪਤਾ। ਬਿਨਾਂ ਤਜਰਬੇ ਤੋਂ ਦੁਕਾਨ ਖੋਲੇਗਾ, ਫੇਲ ਹੋ ਜਾਏਗਾ, ਵਿਘਨ ਲੱਗਣਗੇ ਨਾ। ਇਸੇ ਤਰ੍ਹਾਂ ਜੇ ਹੁਣ ਮੈਂ ਕਾਰ ਡਰਾਈਵਿੰਗ ਨਹੀਂ ਜਾਣਦਾ ਤੇ ਜੇ ਮੈਂ ਇੱਥੋਂ ਕਾਰ ਲੈ ਕੇ ਘਰੋਂ ਨਿਕਲ ਪਵਾਂ ਤੇ ਕੀ ਹੋਏਗਾ? ਲੱਤਾਂ ਬਾਹਾਂ ਟੁੱਟਣਗੀਆਂ। ਕਿਉਂ? ਕਿ ਮੈਨੂੰ ਨਾਮ ਭੁੱਲਿਆ ਨਾ, ਨਾਮ ਵਿਸਰਿਆ। ਨਾਮ ਮੀਨ ਸਿਸਟਮ, ਹੁਕਮ। ਇਸੇ ਤਰ੍ਹਾਂ ਬਾਕੀ ਦੀ ਕੁਦਰਤ ਹੈ ਪੂਰੀ ਦੀ ਪੂਰੀ। ਜੇ ਸਿਸਟਮ ਭੁੱਲ ਜਾਏਗਾ, ਹੁਕਮ ਭੁੱਲ ਜਾਏਗਾ ਰੱਬ ਦਾ, ਰਜ਼ਾ ਵਿੱਚ ਨਹੀਂ ਤੁਰਾਂਗੇ ਤਾਂ ਜੀਵਨ ਦੇ ਅੰਦਰ ਵਿਘਨ ਲੱਗਣਗੇ। ਹੁਣ ਜੇ ਪਰਸਨਲੀ ਆਪਣੀ ਲਾਈਫ ਦੀ ਗੱਲ ਕਰੀਏ ਤਾਂ ਦੇਖੋ, ਕੋਈ ਸਿਸਟਮ ਹੈ ਨਾ ਕਿ ਮੈਂ ਅੱਖਾਂ ਦੇ ਨਾਲ ਕਿਸੇ ਧੀ ਭੈਣ ਵੱਲ, ਵੀਰ ਵੱਲ ਕਿਵੇਂ ਵੇਖਣਾ ਹੈ, ਜ਼ਬਾਨ ਨਾਲ ਕਿਵੇਂ ਬੋਲਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਹੱਥਾਂ ਨਾਲ ਕੀ ਕਰਨਾ ਹੈ, ਪੈਰਾਂ ਨਾਲ ਕਿੱਧਰ ਜਾਣਾ ਹੈ। ਜੇ ਮੈਂ ਸਹੀ ਸਿਸਟਮ ਨੂੰ ਫੋਲੋ ਕਰਾਂਗਾ ਤਾਂ ਮੇਰੇ ਜੀਵਨ ਦੇ ਅੰਦਰ ਆਤਮਿਕ ਵਿਕਾਸ ਹੋਏਗਾ। ਤੇ ਜੇ ਮੈਨੂੰ ਇਹ ਸਿਸਟਮ ਭੁੱਲਿਆ ਹੋਏ, ਮੈਂ ਆਪ ਮੁਹਾਰੇ ਜ਼ਬਾਨ ਜੋ ਮਰਜ਼ੀ ਬੋਲੀ ਜਾਵਾਂ, ਮਾੜੇ ਬੋਲ ਬੋਲਾਂ, ਨਿੰਦਾ ਚੁਗਲੀ ਕਰਾਂ, ਤਾਂ ਵਿਘਨ ਤੇ ਲੱਗਣਗੇ। ਤੁਹਾਡੀ ਚੁਗਲੀ ਕਰਾਂਗਾ, ਤੁਹਾਨੂੰ ਪਤਾ ਲੱਗੇਗਾ, ਤੁਸੀਂ ਕਿੱਥੇ ਘੇਰੋਗੇ। ਚੋਰੀ ਕਰਾਂਗਾ ਫਿਰ। ਇਸ ਲਈ ਗੁਰੂ ਜੀ ਕਹਿੰਦੇ ਨੇ, ਕੋਟ ਬਿਘਨ ਤਿਸ ਲਾਗਤੇ, ਜਿਸ ਨੂੰ ਵਿਸਰੈ ਨਾਉ। ਜਿਸ ਨੂੰ ਰੱਬੀ ਹੁਕਮ ਭੁੱਲ ਜਾਂਦਾ ਹੈ, ਜੋ ਰਜ਼ਾ ਭਾਣੇ ਵਿੱਚ ਨਹੀਂ ਤੁਰਦਾ, ਉਹਦੀ ਜ਼ਿੰਦਗੀ ਦੇ ਅੰਦਰ ਅਨੇਕਾਂ ਵਿਘਨ ਲੱਗ ਜਾਂਦੇ ਨੇ, ਯਾਨੀ ਉਹਨੂੰ ਅਨੇਕਾਂ ਪਰੇਸ਼ਾਨੀਆਂ ਘੇਰ ਲੈਂਦੀਆਂ ਨੇ। ਅਗਲਾ ਬਚਨ ਕਰਦੇ ਨੇ, ਨਾਨਕ ਅੰਦਿਨ ਬਿਲਪਤੇ, ਜਿਉ ਸੁਣੈ ਘਰ ਖਾਉ। ਇਹਨੂੰ ਇੱਕ ਤੇ ਕਾਉ ਨਹੀਂ ਪੜਨਾ, ਕਾਉ ਪੜਨਾ ਹੈ, ਕਾਂ। ਦੂਜਾ ਜਿਹੜਾ ਜਿਉ ਸੁਣੈ, ਇਹਨੂੰ ਸੁਣਜੈ ਨਹੀਂ ਪੜਨਾ, ਨਾ ਤਾਂ ਜੱਜਾ ਬੁੱਲੇ ਨਾ ਝੱਜਾ, ਇਹ ਨੰਨਾ ਹੈ, ਸੁਣੈ। ਨਾਨਕ ਅੰਦਿਨ ਬਿਲਪਤੇ, ਜਿਉ ਸੁਣੈ ਘਰ ਕਾਉ। ਸੁਣਨੇ ਦਾ ਮਤਲਬ ਉਜੜਿਆ ਹੋਇਆ ਘਰ, ਜਿਹਦੇ ਵਿੱਚ ਕੋਈ ਮਾਲਕ ਰਹਿੰਦਾ ਨਹੀਂ, ਸੁੰਜ ਪਿਆ ਹੈ, ਵੀਰਾਨ ਪਿਆ ਹੈ। ਤੇ ਉਸ ਘਰ ਦੇ ਅੰਦਰ ਕਾਂ ਆ ਜਾਏ ਤੇ ਕਾਂ ਆਣ ਕੇ ਉੱਥੇ ਬੋਲਦਾ ਰਹੇ, ਕਾਂ ਕਾਂ ਕਰਦਾ ਰਹੇ, ਉਹਨੂੰ ਕੁਝ ਮਿਲਣਾ ਹੀ ਨਹੀਂ, ਕਿਉਂਕਿ ਘਰ ਦੇ ਵਿੱਚ ਕੁਝ ਹੈ ਹੀ ਨਹੀਂ, ਨਾ ਉੱਥੇ ਕੋਈ ਬੰਦਾ, ਨਾ ਔਰਤ, ਨਾ ਕੋਈ ਬੱਚਾ। ਜੇ ਵਸ ਦੇ ਘਰ ਵਿੱਚ ਕਾਂ ਜਾਏਗਾ ਤਾਂ ਕਿਤੋਂ ਨਾ ਕਿਤੋਂ ਉਹਨੂੰ ਕੁਝ ਨਾ ਕੁਝ ਮਿਲ ਜਾਏਗਾ। ਕੋਈ ਗਰਾਈ ਸੁੱਟ ਦੇਗਾ ਜਾਂ ਕਿਤੇ ਦਾਣੇ ਸੁੱਕਣੇ ਪਏ ਹੋਣਗੇ, ਉੱਥੋਂ ਕੁਝ ਖਾ ਲੇਗਾ, ਉਹਨੂੰ ਕੁਝ ਨਾ ਕੁਝ ਮਿਲ ਜਾਏਗਾ ਵਸ ਦੇ ਘਰ ਚੋਂ। ਤੇ ਸੁਣਨੇ ਘਰ ਦੇ ਵਿੱਚੋਂ ਕਾਂ ਨੂੰ ਕੀ ਮਿਲਣਾ? ਕਾਂ ਕਾਂ ਹੀ ਹਨ। ਤਾਂ ਗੁਰੂ ਜੀ ਕਹਿੰਦੇ ਨੇ, ਬਿਲਪਦੇ ਦਾ ਮਤਲਬ ਦੁਖੀ ਹੁੰਦੇ ਨੇ, ਵਿਲਕਦੇ ਨੇ। ਅਜਿਹੇ ਬੰਦੇ ਕਿਹੜੇ? ਜਿਨ੍ਹਾਂ ਨੂੰ ਹੁਕਮ ਭੁੱਲਿਆ ਹੈ, ਜੋ ਰਜ਼ਾ ਭਾਣੇ ਵਿੱਚ ਨਹੀਂ ਤੁਰਦੇ, ਉਹ ਇਸ ਦੁਨੀਆ ਦੇ ਵਿੱਚ ਇੰਝ ਵਿਲਕਦੇ ਨੇ ਜਿਵੇਂ ਸੁਣਨੇ ਘਰਾਂ ਦੇ ਵਿੱਚ ਕਾਂ ਲਾਉਂਦਾ ਹੈ ਪਰ ਉਹਨੂੰ ਕੁਝ ਮਿਲਦਾ ਨਹੀਂ। ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਉਹ ਵਿਲਕਦੇ ਫਿਰਦੇ ਨੇ, ਦੁਖੀ ਹੁੰਦੇ ਫਿਰਦੇ ਨੇ, ਲੇਕਿਨ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ, ਖੁਸ਼ੀ ਨਹੀਂ ਮਿਲਦੀ, ਆਤਮਿਕ ਜੀਵਨ ਤੋਂ ਉਹ ਵਾਂਝੇ ਰਹਿ ਜਾਂਦੇ। ਮਹਿਲਾ ਪੰਜਵਾਂ। ਪਿਰੀ ਮਿਲਾਵਾ ਜਾਂ ਥੀਐ, ਸਾਈ ਸੁਹਾਵੀ ਰੁੱਤ। ਜਾਂ ਦਾ ਮਤਲਬ ਜਦੋਂ, ਪਿਰੀ ਮਿਲਾਵਾ ਦਾ ਮਤਲਬ ਪਿਆਰੇ ਪਤੀ ਦਾ ਮੇਲ, ਸੁਹਾਵੀ ਦਾ ਮਤਲਬ ਸੋਹਣੀ। ਹੁਣ ਰੁੱਤ ਕਿਹੜੀ ਸੋਹਣੀ ਹੈ? ਰੁੱਤਾਂ ਵੈਸੇ ਆਮ 6 ਮੰਨਦੇ ਨੇ, ਮੇਨ ਰੁੱਤਾਂ ਜਿਹੜੀਆਂ ਨੇ 3 ਨੇ, ਗਰਮੀ, ਸਰਦੀ, ਬਸੰਤ। ਲੇਕਿਨ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਵੀ ਰੁੱਤਾਂ ਅਨੇਕਾਂ ਨੇ, ਸੂਰਜ ਏਕੋ, ਰੁੱਤ ਅਨੇਕ, ਅਨੇਕਾਂ ਰੁੱਤਾਂ ਨੇ। ਹਰ ਰੋਜ਼ ਹੀ ਮੌਸਮ ਬਦਲਦਾ ਹੈ, ਇੱਕੋ ਜਿਹਾ ਮੌਸਮ ਨਹੀਂ ਰਹਿੰਦਾ। ਤਾਂ ਹੁਣ ਰੁੱਤ ਕਿਹੜੀ ਚੰਗੀ ਹੈ? ਬਰਸਾਤ ਚੰਗੀ ਹੈ, ਗਰਮੀ ਚੰਗੀ ਹੈ, ਸਰਦੀ ਚੰਗੀ ਹੈ, ਬਸੰਤ ਚੰਗੀ ਹੈ, ਕਿਹੜੀ ਰੁੱਤ ਚੰਗੀ ਹੈ?
ਗੁਰੂ ਜੀ ਕਹਿੰਦੇ ਨੇ ਰੁੱਤ ਉਹ ਚੰਗੀ ਹੈ ਜਦੋਂ ਪਤੀ ਪ੍ਰਭੂ ਦਾ ਮਿਲਾਪ ਹੋ ਜਾਏ, ਜਦੋਂ ਬੰਦੇ ਦੀ ਸੁਰਤ ਸ਼ੁਭ ਗੁਣਾਂ ਦੇ ਨਾਲ ਜੁੜ ਜਾਏ, ਜਦੋਂ ਰੱਬ ਦੇ ਅੰਦਰ ਬੰਦਾ ਅਪੇਰ ਹੋ ਜਾਏ, ਉਹ ਰੁੱਤ ਸੁਹਾਵਣੀ ਹੈ, ਉਹ ਰੁੱਤ ਚੰਗੀ ਹੈ, ਉਹ ਸੁਖਦਾਇਕ ਹੈ। ਜੇਕਰ ਸੁਰਤ ਗੁਣਾਂ ਦੇ ਨਾਲ ਨਹੀਂ ਜੁੜੀ, ਸੁਰਤ ਸੱਚ ਨਾਲ ਨਹੀਂ ਜੁੜੀ, ਰੱਬੀ ਰਜਾ ਭਾਣੇ ਨਾਲ ਨਹੀਂ ਜੁੜੀ, ਜੇਕਰ ਸੁਰਤ ਦੇ ਅੰਦਰ ਗੁਰਬਾਣੀ ਦਾ ਪ੍ਰੇਮ ਨਹੀਂ ਹੈ, ਜੇ ਵੇ ਆਫ ਲਾਈਫ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ, ਜੇ ਉਸ ਵੇ ਆਫ ਲਾਈਫ ਦੇ ਨਾਲ ਅਸੀਂ ਨਹੀਂ ਜੁੜੇ, ਤਾਂ ਰੁੱਤ ਭਾਵੇਂ ਬਸੰਤ ਬਹਾਰ ਹੋਵੇ, ਚਾਰ ਚੁਫੇਰੇ ਫੁੱਲ ਖਿੜੇ ਹੋਣ, ਹਰੀਆਂ ਕਰੂੰਬਲਾਂ ਹੋਣ, ਪੱਤੀਆਂ ਹੋਣ, ਛਾਂ ਹੋਵੇ, ਫਲਾਂ ਔਰ ਫੁੱਲਾਂ ਦੇ ਨਾਲ ਵਨਸਪਤੀ ਲੱਦੀ ਹੋਵੇ, ਝਰਨੇ ਚੱਲ ਰਹੇ ਹੋਣ, ਦਰਿਆਵਾਂ ਵਿੱਚ ਪਾਣੀ ਹੋਵੇ, ਨਦੀਆਂ ਬਹਿ ਰਹੀਆਂ ਹੋਣ, ਬਾਗਾਂ ਵਿੱਚ ਫਲ ਫੁੱਲ ਲੱਗੇ ਹੋਣ, ਕੋਇਲ ਦੀ ਕੂਹ ਕੂਹ ਦੀ ਆਵਾਜ਼ ਆ ਰਹੀ ਹੋਵੇ, ਤਾਂ ਅਸੀਂ ਤਾਂ ਦੁਖੀ ਹੋਏ ਨਾ, ਕਿਉਂਕਿ ਸਾਡੀ ਸੁਰਤ ਵਿੱਚ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਅਸੀਂ ਈਰਖਾ ਦੇ ਅੱਗ ਵਿੱਚ ਸੜਦੇ ਰਾਂਗੇ। ਰੁੱਤ ਕੀ ਕਰੇਗੀ? ਕੁਛ ਵੀ ਨਹੀਂ। ਰੁੱਤ ਨੇ ਸਾਨੂੰ ਖੁਸ਼ੀ ਨਹੀਂ ਕਰਨ ਦੇਣੀ। ਖੁਸ਼ੀ ਤਾਂ ਸਾਡੇ ਅੰਦਰੋਂ ਪੈਦਾ ਹੋਣੀ ਹੈ, ਸਾਡੇ ਅੰਦਰੋਂ ਪੈਦਾ ਹੋਣੀ ਹੈ। ਇੱਕ ਸਰਚ ਕੀਤੀ ਗਈ ਹੈ, ਕਾਫੀ ਮੇਰੇ ਖਿਆਲ 50-60 ਸਾਲ ਲਗਾ ਕੇ, ਕਾਫੀ ਲੰਬਾ ਚੌੜਾ ਡੇਟਾ ਇਕੱਠਾ ਕਰਕੇ, ਲੱਖਾਂ ਲੋਕਾਂ ਦਾ ਇੰਟਰਵਿਊ ਲੈ ਕੇ, ਔਰ ਉਸ ਤੋਂ ਬਾਅਦ ਵੇਖਿਆ ਗਿਆ ਵੀ ਖੁਸ਼ ਇਨਸਾਨ ਕੌਣ ਨੇ ਇਸ ਦੁਨੀਆ ਵਿੱਚ, ਸੁਖੀ ਕੌਣ ਨੇ, ਜੋ ਉਹਨਾਂ ਨੇ ਆਪਣਾ ਦਿੱਤਾ ਹੈ ਰਿਜ਼ਲਟ ਕਿ ਸੁਖੀ ਔਰ ਸ਼ਾਂਤ ਤੇ ਖੁਸ਼ ਕੌਣ ਨੇ। ਕਿ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ, ਜਾਂ ਜਿਨ੍ਹਾਂ ਕੋਲ ਕੋਈ ਰਾਜਨੀਤਿਕ ਪਦਵੀ ਹੈ, ਜਾਂ ਜੋ ਧਾਰਮਿਕ ਦੁਨੀਆ ਵਿੱਚ ਵਿਚਰ ਰਹੇ ਨੇ, ਜਾਂ ਸਮਾਜਿਕ ਦੁਨੀਆ ਵਿੱਚ ਜਿਨ੍ਹਾਂ ਦਾ ਖਲਾਰਾ ਬੜਾ ਹੈ, ਜਾਂ ਬੈਂਕ ਬੈਲੈਂਸ ਬਹੁਤ ਹੈ, ਜਾਂ ਜਿਨ੍ਹਾਂ ਕੋਲ ਵਿਦਿਆ ਬਹੁਤ, ਡਿਗਰੀਆਂ ਨੇ, ਮਾਸਟਰ ਡਿਗਰੀਆਂ, ਪੜ੍ਹੇ ਲਿਖੇ ਲੋਕ ਨੇ, ਉਹ ਖੁਸ਼ ਨੇ ਜਾਂ ਉਹ ਸੁਖੀ ਨੇ? ਨਹੀਂ। ਉਹਨਾਂ ਨੇ ਜੋ ਰਿਜ਼ਲਟ ਕੱਢਿਆ ਹੈ, ਉਹਨਾਂ ਨੇ ਰਿਜ਼ਲਟ ਇਹ ਕੱਢਿਆ ਹੈ ਕਿ ਖੁਸ਼ ਉਹ ਨੇ ਜਿਨ੍ਹਾਂ ਦੇ ਸੰਬੰਧ ਸੁਖਾਵੇਂ ਨੇ, ਜਿਨ੍ਹਾਂ ਦਾ ਜੋ ਰਿਲੇਸ਼ਨਸ਼ਿਪ ਨੇ, ਫੈਮਿਲੀ ਫਰੈਂਡਸ਼ਿਪ ਜਿਹੜੀ ਸੁਖਾਵੇਂ ਨੇ, ਉਹ ਖੁਸ਼ ਨੇ। ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ ਜਿਨ੍ਹਾਂ ਦਾ ਮੇਲ ਜੋਲ ਐਨ ਸਪਸ਼ਟ ਸਾਫ਼ ਹੈ, ਉਹ ਖੁਸ਼ ਨੇ। ਦੇਖੋ ਖੁਸ਼ੀ ਕਿੰਨੀ ਸੌਖੀ ਹੈ ਨਾ, ਕਿੰਨੀ ਸਸਤੀ ਹੈ। ਕਿ ਆਪਸੀ ਸੰਬੰਧ ਬਣਾਉਣੇ ਨੇ ਤੇ ਸੁਖਾਵੇਂ ਬਣਾਉਣੇ ਨੇ, ਸੱਚੇ ਬਣਾਉਣੇ ਨੇ। ਜਿਨ੍ਹਾਂ ਦੇ ਸੰਬੰਧ ਸੁਖਾਵੇਂ ਨੇ ਉਹ ਲੋਕ ਖੁਸ਼ ਨੇ। ਤੇ ਸੰਬੰਧ ਕਿਹਨਾਂ ਦੇ ਸੁਖਾਵੇਂ ਨੇ? ਜੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰ ਰਹੇ ਨੇ। ਉਹਨਾਂ ਦੇ ਕੋਲ ਪੈਸਾ ਘੱਟ ਵੀ ਹੋਵੇ ਤਾਂ ਵੀ ਉਹ ਸੁਖੀ ਨੇ, ਜ਼ਿਆਦਾ ਹੋਵੇ ਤਾਂ ਵੀ ਉਹ ਸੁਖੀ ਨੇ। ਤੇ ਜੇ ਸੰਬੰਧ ਸੁਖਾਵੇਂ ਨਹੀਂ, ਜੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਬੰਦਾ ਪੂਰੀਆਂ ਨਹੀਂ ਕਰਦਾ, ਤਾਂ ਉਹ ਦੁਖੀ ਹੀ ਦੁਖੀ ਰਹੇਗਾ। ਇਸ ਲਈ ਰੁੱਤ ਉਹ ਸੁਹਾਵਣੀ ਹੈ, ਸੁਖਦਾਇਕ ਹੈ, ਜਦੋਂ ਸਾਡਾ ਰੱਬ ਦੇ ਨਾਲ ਮਿਲਾਪ ਹੋਵੇ, ਭਾਵ ਸਾਡੀ ਸੁਰਤ ਰੱਬੀ ਗੁਣਾਂ ਦੇ ਨਾਲ ਜੁੜੀ ਹੋਈ ਹੋਵੇ। ਘੜੀ ਮੁਹਤ ਨਹਿ ਵਿਸਰੈ, ਨਾਨਕ ਰਵੀਏ ਨਿਤ। ਰਵੀਏ ਦਾ ਮਤਲਬ ਯਾਦ ਕਰੀਏ, ਮੁਹਤ ਦਾ ਮਤਲਬ ਹੈ ਮੁਹੂਰਤ। ਮੁਹੂਰਤ ਦਾ ਮਤਲਬ ਹੁੰਦਾ ਹੈ ਦੋ ਘੜੀਆਂ। ਦੋ ਘੜੀਆਂ ਨੂੰ ਮੁਹੂਰਤ ਕਹਿੰਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ, ਉਹਨੂੰ ਹਰ ਵੇਲੇ ਯਾਦ ਕਰੀਏ ਰੱਬ ਨੂੰ। ਕਦੇ ਘੜੀ ਦੋ ਘੜੀਆਂ ਵੀ ਉਹ ਪ੍ਰਭੂ ਸਾਨੂੰ ਨਾ ਭੁੱਲੇ। ਘੜੀ ਮੁਹਤ ਨਹੀਂ ਵਿਸਰੇ, ਮੁਹਤ ਦਾ ਮਤਲਬ ਦੋ ਘੜੀਆਂ। ਕਦੀ ਘੜੀ ਦੋ ਘੜੀ ਵੀ ਉਹ ਨਾ ਵਿਸਰੇ। ਹਮੇਸ਼ਾ ਉਹਨੂੰ ਯਾਦ ਰੱਖੀਏ, ਹਮੇਸ਼ਾ ਉਹਦੇ ਗੁਣ ਸਾਡੇ ਯਾਦ ਵਿੱਚ ਟਿਕੇ ਹੋਣ। ਘੜੀ ਦੋ ਘੜੀ ਵਾਸਤੇ ਵੀ ਸੱਚ ਨੂੰ ਨਾ ਵਿਸਾਰੋ, ਦਇਆ ਨੂੰ ਨਾ ਭੁਲਾਓ, ਮਿੱਠੀ ਬੋਲੀ ਨੂੰ ਨਾ ਵਿਸਾਰੋ, ਪਿਆਰ ਮੁਹੱਬਤ ਨੂੰ ਨਾ ਵਿਸਾਰੋ, ਆਪਣੇ ਫਰਜ਼ਾਂ ਨੂੰ ਨਾ ਵਿਸਾਰੋ, ਨਿਮਰਤਾ ਨੂੰ ਨਾ ਵਿਸਾਰੋ, ਘੜੀ ਦੋ ਘੜੀਆਂ ਵੀ ਨਾ ਵਿਸਾਰੋ। ਕਿਉਂਕਿ ਜਦੋਂ ਵਿਸਾਰੋਗੇ ਉਦੋਂ ਕਲਯੁਗ ਅੰਦਰ ਪੈਦਾ ਹੋ ਜਾਣਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ, ਫਿਰ ਅੰਦਰ ਕਲਯੁਗ ਵਾਪਰ ਜਾਂਦਾ ਹੈ, ਕਲ ਕਲੇਸ਼ ਵਾਪਰ ਜਾਂਦਾ ਹੈ, ਅੰਦਰ ਦੁਖਾਂਤ ਵਾਪਰਦੇ ਨੇ, ਪਰੇਸ਼ਾਨ ਹੁੰਦਾ ਹੈ ਬੰਦਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਉਸ ਪ੍ਰਭੂ ਦੇ ਗੁਣਾਂ ਨੂੰ ਹਮੇਸ਼ਾ ਯਾਦ ਰੱਖੋ, ਹਮੇਸ਼ਾ ਯਾਦ ਰੱਖੋ। ਪਲ ਦੋ ਪਲ, ਘੜੀ ਦੋ ਘੜੀ ਵਾਸਤੇ ਵੀ ਉਹਨੂੰ ਨਾ ਭੁਲਾਓ। ਪੌੜੀ ਸੂਰਬੀਰ ਵਰਿਆਮ ਕਿਨੈ ਨਾ ਹੋੜੀਐ। ਹੁਣ ਇੱਥੇ ਗੱਲ ਕਰ ਰਹੇ ਨੇ ਪੰਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ। ਜਿਹੜੇ ਪੰਜ ਮੁੱਖ ਵਿਕਾਰ ਨੇ, ਜਜ਼ਬੇ ਨੇ, ਤਾਂ ਜਦੋਂ ਅਸੀਂ ਇਹਨਾਂ ਨੂੰ ਗਲਤ ਢੰਗ ਦੇ ਨਾਲ ਵਰਤਦੇ ਹਾਂ ਤਾਂ ਕਿਵੇਂ ਇਹ ਦੁਖੀ ਕਰਦੇ ਨੇ। ਤੇ ਜੇ ਬੰਦਾ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੇ ਤਾਂ ਇਹ ਸਾਡੇ ਸੇਵਕ ਹੋ ਕੇ ਵੀ ਵਰਤ ਸਕਦੇ ਨੇ, ਔਰ ਸਾਨੂੰ ਸੁਖੀ ਤੇ ਸ਼ਾਂਤ ਵੀ ਕਰ ਸਕਦੇ ਨੇ।
ਪਰ ਇੱਥੇ ਗੱਲ ਉਹਨਾਂ ਦੀ ਕਰ ਰਹੀ ਜੋ ਇਹਨਾਂ ਦਾ ਮਿਸਯੂਜ ਕੀਤਾ ਜਾਂਦਾ ਹੈ ਸੱਚ ਨਾਲੋਂ ਟੁੱਟ ਕੇ। ਸੂਰਬੀਰ ਵਰਿਆਮ ਕਿਨੈ ਨਾ ਹੋੜੀਐ। ਵਰਿਆਮ ਦਾ ਮਤਲਬ ਬਹਾਦਰ, ਹੋੜੀਏ ਦਾ ਮਤਲਬ ਹੋੜਨਾ, ਰੋਕਣਾ। ਸੂਰਬੀਰ ਦਾ ਮਤਲਬ ਸ਼ੂਰਵੀਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੜੇ ਵੱਡੇ ਵੱਡੇ ਸੂਰਮੇ ਔਰ ਬਹਾਦਰ ਸਿਪਾਹੀ, ਕਿਸੇ ਨੇ ਇਹਨਾਂ ਨੂੰ ਠੱਲਿਆ ਨਹੀਂ। ਹੋੜੀਏ ਦਾ ਮਤਲਬ ਇਹਨਾਂ ਨੂੰ ਵਰਜਿਆ ਨਹੀਂ, ਤਾਕਤਵਰ ਫੌਜ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਬੜੇ ਬਹਾਦਰ ਨੇ, ਸ਼ੂਰਵੀਰ ਨੇ, ਔਰ ਕਿਸੇ ਨੇ ਇਹਨਾਂ ਨੂੰ ਹੋੜਿਆ ਨਹੀਂ। ਕੋਈ ਸੂਰਮਾ, ਕੋਈ ਬਲਵਾਨ, ਕੋਈ ਬਹਾਦਰ ਬੰਦਾ ਇਹਨਾਂ ਤੋਂ ਬਚ ਨਹੀਂ ਪਾਇਆ। ਹੁਣ ਆਪਣੀ ਬਹਾਦਰੀ ਦੇ ਨਾਲ, ਸਰੀਰਕ ਤਾਕਤ ਦੇ ਨਾਲ ਇਹਨਾਂ ਨੂੰ ਥੋੜੀ ਬਚਿਆ ਜਾ ਸਕਦਾ ਹੈ। ਵੱਡੇ ਵੱਡੇ ਸ਼ੂਰਮੇ ਹੋ ਗੁਜ਼ਰੇ ਨੇ ਜਿਹੜੇ ਵਿਕਾਰਾਂ ਦੇ ਵਿੱਚ ਖਚਤ ਹੋ ਗਏ। ਇਹਨਾਂ ਤੋਂ ਬਚਣਾ ਬੜਾ ਔਖਾ ਹੈ। ਫੌਜ ਸਤਾਣੀ ਹਾਟ ਪੰਚਾਂ ਜੋੜੀਏ। ਪੰਚਾ ਨਹੀਂ ਬਿੰਦੀ ਲਾ ਕੇ ਪੰਚਾਂ, ਇਹਦਾ ਮਤਲਬ ਪੰਜਾਂ ਨੇ। ਸਤਾਣੀ ਦਾ ਮਤਲਬ ਤਾਣ ਵਾਲੀ, ਤਾਕਤ ਵਾਲੀ। ਹੱਠ ਦਾ ਮਤਲਬ ਹਠੀਲੀ, ਜਿਹਦੇ ਅੰਦਰ ਬਹੁਤ ਹੱਠ ਹੈ। ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਔਰ ਹੱਠ ਵਾਲੀ ਫੌਜ ਇਕੱਠੀ ਕੀਤੀ ਹੋਈ ਹੈ। ਜਿਵੇਂ ਇੱਕ ਬੜੀ ਹਠੀਲੀ ਫੌਜ ਹੋਵੇ, ਬਲਸ਼ਾਲੀ ਫੌਜ ਹੋਵੇ, ਜਿਹਦੇ ਕੋਲ ਅਸਤਰ ਸ਼ਸਤਰ ਹੋਣ ਔਰ ਬੜੇ ਸ਼ੂਰਮੇ ਲੜਨ ਵਾਲੇ ਹੋਣ, ਤੇ ਉਸ ਫੌਜ ਨੂੰ ਰੋਕਣਾ ਬੜਾ ਔਖਾ ਹੁੰਦਾ ਹੈ ਨਾ। ਐਵੇਂ ਇਹ ਪੰਜ ਕਾਮਾਦਿਕ ਨੇ, ਮਾਨੋ ਇਹਨਾਂ ਦੇ ਕੋਲ ਬੜੀ ਬਲ ਵਾਲੀ ਔਰ ਹੱਠ ਵਾਲੀ ਫੌਜ ਹੈ, ਜਿਹਨੂੰ ਰੋਕਣਾ, ਜਿਹਦੇ ਤੋਂ ਬਚਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਔਰ ਇਹਨਾਂ ਪੰਜਾਂ ਨੇ ਆਮ ਇਨਸਾਨ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ। 10 ਨਾਰੀ ਔਤੂਤ ਦੇਨ ਚਮੋੜੀਏ। ਚਮੋੜੀਏ ਦਾ ਮਤਲਬ ਚਮੋੜ ਦਿੰਦੇ ਨੇ। ਇੱਥੇ ਨਾਰੀ ਦਾ ਮਤਲਬ ਹੈ ਇੰਦਰੇ। 10 ਨਾਰੀ ਦਾ ਮਤਲਬ 10 ਇੰਦਰੇ, 5 ਗਿਆਨ ਇੰਦਰੀਆਂ, 5 ਕਰਮ ਇੰਦਰੇ। ਔਤੂਤ ਦਾ ਮਤਲਬ ਹੁੰਦਾ ਹੈ ਜਿਹੜੇ ਸੰਸਾਰ ਨੂੰ ਛੱਡ ਗਏ ਨੇ, ਵਿਆਹ ਨਹੀਂ ਕਰਾਇਆ, ਜ਼ਮੀਨ ਜਾਇਦਾਦ ਛੱਡ ਗਏ, ਤਿਆਗੀ ਹੋ ਗਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੁਨੀਆਦਾਰ ਤਾਂ ਕਿਤੇ, ਤਿਆਗੀਆਂ ਨੂੰ ਵੀ ਇਹ 10 ਇੰਦਰੇ ਚ ਮੋੜ ਦਿੰਦੇ ਨੇ। 5 ਗਿਆਨ ਇੰਦਰੇ, 5 ਕਰਮ ਇੰਦਰੇ, ਤਿਆਗੀਆਂ ਨੂੰ ਕੁਕਰਮਾਂ ਦੇ ਨਾਲ ਜੋੜ ਦਿੰਦੇ ਨੇ। ਹੁਣ ਅੱਖਾਂ ਜਿਹੜੀਆਂ ਨੇ ਤਿਆਗੀਆਂ ਦੀਆਂ ਵੀ ਮਾੜਾ ਵੇਖਦੀਆਂ ਨੇ। ਸੰਸਾਰ ਨੂੰ ਤੇ ਛੱਡ ਗਏ ਨੇ, ਪੈਸੇ ਨੂੰ ਤੇ ਛੱਡ ਗਏ ਨੇ, ਲੇਕਿਨ ਬੜੇ ਵੱਡੇ ਵੱਡੇ ਡੇਰੇ ਬਣਾ ਲਏ ਨੇ। ਕੰਨਾਂ ਦੇ ਨਾਲ ਉਹ ਵੀ ਨਿੰਦਿਆ ਸੁਣਦੇ ਨੇ, ਜ਼ਬਾਨ ਦੇ ਨਾਲ ਉਹ ਵੀ ਇੱਕ ਦੂਜੇ ਦੀ ਮਿੱਟੀ ਸਾਡੇ ਨਾਲੋਂ ਜ਼ਿਆਦਾ ਪਲੀਤ ਕਰਦੇ ਨੇ। ਕਿਸੇ ਬਾਬੇ ਕੋਲ ਬਹਿ ਕੇ ਦੇਖੋ ਤੇ ਕਿਸੇ ਦੂਜੇ ਡੇਰੇਦਾਰ ਬਾਬੇ ਦੀ ਗੱਲ ਕਰੋ ਤੇ ਕਰੋ ਉਹਦੇ ਖਿਲਾਫ ਕਿ ਬਾਬਾ ਜੀ ਉਹਨਾਂ ਦੇ ਡੇਰੇ ਤੇ ਗਏ ਸਾਂ, ਉੱਥੇ ਤੇ ਮਨਮਤਾਂ ਹੁੰਦੀਆਂ ਨੇ, ਤੁਹਾਡੇ ਕੋਲ ਆਇਆ ਬੜੀ ਸ਼ਾਂਤੀ, ਬਸ ਇੰਨਾ ਕੰਮ ਕਹਿ ਦੋ, ਅੱਗੋਂ ਬਾਬਾ ਜੀ ਦਾ ਕੰਮ। ਫਿਰ ਉਹਨਾਂ ਨੇ ਹੋ ਜਾਣਾ ਸ਼ੁਰੂ, ਯਾਨੀ ਜ਼ਬਾਨ ਦੇ ਨਾਲ ਉਹ ਵੀ ਨਿੰਦਿਆ ਕਰ ਰਹੇ ਨੇ। ਤੇ ਆ ਜਿਹੜੇ ਨੇ ਔਰਤਾਂ ਵਾਲਾ ਚੱਕਰ, ਇਹ ਤਾਂ ਅਖਬਾਰਾਂ ਦੇ ਵਿੱਚ ਰੋਜ਼ ਛਪਦਾ ਹੀ ਰਹਿੰਦਾ ਕਿਸੇ ਨਾ ਕਿਸੇ ਦਾ, ਬਾਬੇ ਦਾ ਵੀ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਕਾਮ ਕ੍ਰੋਧ ਨੇ, ਇਹ 10 ਇੰਦਰੀਆਂ ਰਾਹੀਂ ਇਹਨਾਂ ਵਿਕਾਰਾਂ ਦੇ ਵਿੱਚ ਔਤੂਤਾਂ ਨੂੰ ਵੀ ਚਮੋੜ ਦਿੰਦੇ ਨੇ। ਔਤੂਤ ਵੀ ਫਸੇ ਨੇ, ਭਾਵ ਤਿਆਗੀ ਵੀ ਇਹਨਾਂ ਤੋਂ ਬਚ ਨਹੀਂ ਪਾਏ। ਗ੍ਰਸਤੀ ਤਾਂ ਕੀ, ਆਮ ਤਿਆਗੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ, ਉਹ ਵੀ ਨਹੀਂ ਬਚ ਪਾਏ। ਜਿਣ ਜਿਣ ਲੈਨ ਰਲਾਏ ਇਹੋ ਇਹਨਾਂ ਲੋੜੀ ਹੈ। ਇਹਨੂੰ ਜਿਨ ਜਿਨ ਨਹੀਂ ਪੜਨਾ, ਅਣਾਣਾ ਬੋਲਣਾ ਹੈ, ਅਣਾਣਾ। ਜਿਣ ਜਿਣ, ਜਿਣ ਦਾ ਮਤਲਬ ਹੁੰਦਾ ਹੈ ਜਿੱਤ ਕੇ। ਜਿਣ ਜਿਣ ਦਾ ਮਤਲਬ ਜਿੱਤ ਕੇ, ਲੋਕਾਂ ਨੂੰ ਆਪਣੇ ਅੰਡਰ ਕਰਕੇ। ਲੈਣ ਰਲਾਏ ਦਾ ਮਤਲਬ ਆਪਣੇ ਨਾਲ ਰਲਾ ਲੈਂਦੇ ਨੇ, ਮਤਲਬ ਆਪਣੇ ਅਧੀਨ ਕਰ ਲੈਂਦੇ ਨੇ। ਇਹੋ ਇਹਨਾਂ ਲੋੜੀਏ, ਲੋੜੀਏ ਦਾ ਮਤਲਬ ਚਾਹੀਦਾ ਹੈ। ਇਹੋ ਹੀ ਇਹ ਕਾਮ ਕ੍ਰੋਧ ਆਦਿਕ ਚਾਹੁੰਦੇ ਨੇ ਕਿ ਲੋਕ ਸਾਡੇ ਅਧੀਨ ਹੋ ਜਾਣ, ਤੇ ਇਹ ਦੂਜੇ ਆਮ ਲੋਕਾਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲੈਂਦੇ ਨੇ। ਇਹੀ ਇਹ ਚਾਹੁੰਦੇ ਨੇ ਤੇ ਇਹੀ ਕੁਛ ਹੋ ਜਾਂਦਾ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਵਿਕਾਰਾਂ ਨੇ ਜਿੱਤ ਲਿਆ ਹੈ, ਕਿੰਨੇ ਕੁ ਲੋਕ ਬਚੇ ਨੇ। ਚੰਦ ਲੋਕ ਹੈ ਨੇ, ਚੰਗੇ ਚੰਗੇ ਲੋਕ ਹੈ ਵਿਰਲੇ, ਨਾ ਹੀ ਕਣੇ ਫੈਲ ਫੱਕੜ ਸੰਸਾਰ। ਇਸ ਦੁਨੀਆ ਵਿੱਚ ਚੰਗੇ ਚੰਗੇ ਇਨਸਾਨ ਹੈ ਨੇ, ਲੇਕਿਨ ਘੱਟ ਨੇ। ਬਹੁ ਗਿਣਤੀ ਜਿਹੜੀ ਹੈ, ਉਹਨਾਂ ਨੂੰ ਜਿੱਤ ਕੇ ਇਹਨਾਂ ਨੇ ਆਪਣੇ ਅਧੀਨ ਕਰ ਲਿਆ ਹੈ। ਤੇ ਇਹਨਾਂ ਕਾਮਾਦਿਕ ਵਿਕਾਰਾਂ ਦੇ ਅਧੀਨ ਹੋਣ ਕਰਕੇ ਮਨੁੱਖ ਦਾ ਵੈਰੀ ਹੋ ਗਿਆ ਹੈ,
ਮਨੁੱਖ ਮਨੁੱਖ ਤੋਂ ਦੂਰ ਹੋ ਗਿਆ ਹੈ, ਮਨੁੱਖਤਾ ਦੇ ਅੰਦਰ ਦਰਾਰਾਂ ਪੈ ਗਈਆਂ ਨੇ, ਮਿੱਤਰਤਾਵਾਂ ਟੁੱਟ ਗਈਆਂ ਨੇ, ਪਰਿਵਾਰ ਬਿਖਰ ਗਏ ਨੇ ਔਰ ਰਿਸ਼ਤੇ ਨਾਤੇ ਵੀ ਗਰਕ ਗਏ ਨੇ। ਭਾਵ ਕਿ ਬਹੁਤ ਕੁਛ ਤਬਾਹ ਹੋ ਗਿਆ ਹੈ, ਜ਼ਿੰਦਗੀ ਟੁੱਟ ਫੁੱਟ ਜੀ ਗਈ ਹੈ। ਕਿੰਨਾਂ ਦੀ? ਜਿਹੜੇ ਇਹਨਾਂ ਵਿਕਾਰਾਂ ਦੇ ਅਧੀਨ ਹੋ ਗਏ ਨੇ, ਸਿਰਫ ਉਹਨਾਂ ਦੀ। ਜਿਹੜੇ ਚੰਗੇ ਇਨਸਾਨ ਨੇ, ਇਹਨਾਂ ਵਿਕਾਰਾਂ ਤੋਂ ਬਚੇ ਨੇ, ਉਹਨਾਂ ਦਾ ਜੀਵਨ ਅੱਜ ਵੀ ਬਚਿਆ ਹੈ, ਪਹਿਲਾਂ ਵੀ ਬਚਿਆ ਸੀ, ਅੱਗੋਂ ਵੀ ਬਚਿਆ ਰਹੇਗਾ। ਤ੍ਰੈਗੁਣ ਇਨ ਕੈ ਵਸ ਕਿਨੈ ਨਾ ਮੋੜੀਐ। ਮੋੜੀਏ ਦਾ ਮਤਲਬ ਮੋੜਾ ਪਾਣਾ। ਜਿਵੇਂ ਕੋਈ ਤੁਹਾਡੇ ਘਰ ਆਏ ਕਿ ਮੈਨੂੰ ਤੁਹਾਡੀ ਕਾਰ ਚਾਹੀਦੀ ਹੈ, ਤੇ ਤੁਸੀਂ ਕਹਿ ਦੋ ਵੀ ਨਹੀਂ ਅਸੀਂ ਚੱਲੇ ਆ ਕਿਤੇ, ਇਹਨੂੰ ਕਹਿੰਦੇ ਨੇ ਮੋੜ ਦੇਣਾ, ਖਾਲੀ ਮੋੜ ਦੇਣਾ, ਵੀ ਕਿਸੇ ਚੀਜ਼ ਨੂੰ ਨਾ ਮੰਨਣਾ। ਤ੍ਰੈਗੁਣ ਇਨ ਕੈ ਵਸ, ਤ੍ਰੈਗੁਣ ਦਾ ਮਤਲਬ ਤ੍ਰੈਗੁਣੀ ਜੀਵ ਜਿਹੜੇ ਰਜਗੁਣ, ਤਮਗੁਣ, ਸਤਗੁਣ ਦੇ ਅਧੀਨ ਜ਼ਿੰਦਗੀ ਜੀ ਰਹੇ ਨੇ, ਕਿਨੇ ਨਾ ਮੋੜੀਏ, ਕਿਸੇ ਨੇ ਵੀ ਇਹਨਾਂ ਨੂੰ ਮੋੜਾ ਨਹੀਂ ਪਾਇਆ। ਸਾਰੇ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਅ ਹੇਠ ਨੇ, ਇਹਨਾਂ ਦੀ ਅਧੀਨਗੀ ਹੇਠ ਨੇ, ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ ਤ੍ਰੈਗੁਣੀ ਜੀਵਾਂ ਦੇ ਵਿੱਚੋਂ। ਆਮ ਲੋਕ ਇਹਨਾਂ ਦੇ ਦਬਾਅ ਦੇ ਥੱਲੇ ਨੇ। ਔਰ ਹਕੀਕਤ ਹੈ, ਅਸੀਂ ਜ਼ਿੰਦਗੀ ਵਿੱਚ ਦੇਖਦੇ ਹਾਂ ਸਾਡੇ ਚਾਰ ਚੁਫੇਰੇ ਜੋ ਕੁਛ ਵਾਪਰ ਰਿਹਾ ਹੈ, ਤੇ ਜੇ ਅਸੀਂ ਨਿਸਪਕਸ਼ ਇਮਾਨਦਾਰੀ ਦੇ ਨਾਲ ਆਪਣੀ ਪਰਸਨਲ ਲਾਈਫ ਨੂੰ ਵੇਖੀਏ ਇਮਾਨਦਾਰੀ ਨਾਲ, ਤਾਂ ਅੰਦਰੋਂ ਉੱਤਰ ਤੇ ਆਏਗਾ ਵੀ ਕਿਤੇ ਨਾ ਕਿਤੇ ਅਸੀਂ ਇਹਨਾਂ ਵਿਕਾਰਾਂ ਦੇ ਅਧੀਨ ਆ, ਕਿਤੇ ਅਸੀਂ ਗੁੱਸਾ ਨਹੀਂ ਕੰਟਰੋਲ ਕਰ ਪਾਉਂਦੇ, ਕਿਸੇ ਨੇ ਐਵੇਂ ਟੁੱਟ ਕੇ ਪੈ ਜੰਨੇ ਆ। ਸਾਡੀ ਜ਼ਬਾਨ ਨਹੀਂ ਕੰਟਰੋਲ, ਜੋ ਮਰਜ਼ੀ ਅਸੀਂ ਬਿਨਾਂ ਸੋਚਣ ਤੋਂ ਅਸੀਂ ਬੋਲ ਦਿੰਨੇ ਆ। ਕਈ ਵਾਰ ਅਸੀਂ ਨਿੰਦਾ ਚੁਗਲੀ, ਦੂਜਿਆਂ ਦੀ ਬਦਖੋਈ ਸੁਣਦੇ ਆ, ਔਰ ਕਈ ਵਾਰ ਅਸੀਂ ਲਾਲਚ ਦੇ ਅਧੀਨ ਕੁਛ ਗਲਤ ਕਰ ਦਿੰਦੇ ਆ। ਤਾਂ ਇਹਨਾਂ ਨੂੰ ਮੋੜਾ ਤਾਂ ਅਸੀਂ ਨਹੀਂ ਪਾ ਪਾਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬਹੁਤਾਤ ਗਿਣਤੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਅ ਹੇਠ ਨੇ, ਕਿਸੇ ਨੇ ਇਹਨਾਂ ਨੂੰ ਮੋੜਿਆ ਨਹੀਂ। ਹੁਣ ਇੰਨੇ ਬਲਸ਼ਾਲੀ ਨੇ, ਜਿਵੇਂ ਕੋਈ ਕਿਲਾ ਨਹੀਂ ਬਣਾਇਆ ਹੁੰਦਾ। ਭਰਮ ਕੋਟ ਮਾਇਆ ਖਾਈ, ਕਹੋ ਕਿਤ ਬਿਦ ਤੋੜੀ ਹੈ। ਭਰਮ ਦਾ ਮਤਲਬ ਭੁਲੇਖਾ, ਝੂਠ, ਭਟਕਣਾ। ਕੋਟ ਦਾ ਮਤਲਬ ਕਿਲਾ। ਹੁਣ ਜਿਹੜੇ ਵਿਕਾਰ ਬੈਠੇ ਨੇ, ਇਹਨਾਂ ਨੇ ਇੱਕ ਭਰਮ ਦਾ ਕਿਲਾ ਉਸਾਰਿਆ ਹੋਇਆ। ਪਹਿਲਾਂ ਤੇ ਉਸ ਕਿਲੇ ਨੂੰ ਕੋਈ ਤੋੜੇ, ਤੇ ਕਿਲੇ ਨੂੰ ਤੋੜਨ ਤੋਂ ਪਹਿਲਾਂ ਮਾਇਆ ਖਾਈ। ਖਾਈ ਦਾ ਮਤਲਬ ਜਿਹੜੀ ਕਿਲੇ ਦੇ ਚਾਰ ਚੁਫੇਰੇ ਇੱਕ ਡੂੰਘਾ ਜਿਹਾ ਟੋਇਆ ਪੁੱਟਿਆ ਹੁੰਦਾ ਹੈ, ਉਹਨੂੰ ਖਾਈ ਕਹਿੰਦੇ ਨੇ। ਚਾਰ ਚੁਫੇਰੇ ਖਾਈ, ਖਾਲੀ ਪੁੱਟੀ ਹੁੰਦੀ ਹੈ, ਖਾਲ ਇੱਕ ਬਹੁਤ ਵੱਡੀ, ਜਿਹਦੇ ਵਿੱਚ ਪਾਣੀ ਹੁੰਦਾ ਡੂੰਘਾ, ਜਿਹਦੇ ਵਿੱਚ ਬੰਦਾ ਡੁੱਬ ਸਕਦਾ ਹੈ, ਇੰਨਾ ਗਹਿਰਾ ਪਾਣੀ ਹੁੰਦਾ ਹੈ, ਤੇ ਉਹ ਕਾਫੀ ਚੌੜੀ ਹੁੰਦੀ ਹੈ, ਉਹਨੂੰ ਤਾਰ ਕੇ ਲੰਘਣਾ ਵੀ ਔਖਾ ਹੈ, ਪਾਣੀ ਡੂੰਘਾ ਹੈ। ਹੁਣ ਉਹਦੇ ਵਿੱਚ ਦੀ ਲੰਘਣਾ, ਤੇ ਫਿਰ ਉਸ ਕਿਲੇ ਨੂੰ ਤੋੜਨਾ, ਤੇ ਫਿਰ ਇਹਨਾਂ ਤੱਕ ਪਹੁੰਚਣਾ ਔਖਾ ਹੈ ਨਾ। ਕਹੋ ਕਿਤ ਬਿਦ ਤੋੜੀਏ, ਗੁਰੂ ਜੀ ਕਹਿੰਦੇ ਨੇ ਭਰਮ ਦਾ ਕਿਲਾ ਹੈ, ਮਾਇਆ ਦੀ ਖਾਈ ਹੈ, ਦੱਸੋ ਇਹਨੂੰ ਕਿਵੇਂ ਤੋੜੀਏ, ਆਮ ਬੰਦਾ ਨੂੰ ਕਿਵੇਂ ਤੋੜ ਲਵੇ। ਹੁਣ ਇਹ ਚੀਜ਼ ਥੋੜੀ ਸਮਝਣ ਵਾਲੀ ਹੈ। ਮਾਇਆ ਨੂੰ ਤੇ ਤੁਸੀਂ ਸਮਝ ਹੀ ਰਹੇ ਹੋ ਨਾ, ਕਿ ਇੱਕ ਸੋਚ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨਹੀਂ ਵੇਖਣ ਦਿੰਦੀ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਪਹਿਲਾਂ ਤਾਂ ਇਸ ਚੀਜ਼ ਨੂੰ ਤੋੜੋ, ਪਹਿਲਾਂ ਤਾਂ ਇਹਨੂੰ ਖਤਮ ਕਰੋਗੇ, ਕਿਲੇ ਤੇ ਤਾਂ ਪਹੁੰਚੋਗੇ ਨਾ। ਅਗਲਾ ਜਿਹੜਾ ਭਰਮ ਹੈ, ਜਿਹੜਾ ਭੁਲੇਖਾ ਹੈ, ਉਹਨੂੰ ਤੇ ਫਿਰ ਤੋੜ ਸਕੋਗੇ ਜੇ ਪਹਿਲਾਂ ਇਸ ਖਾਲ ਨੂੰ ਪਾਰ ਕਰੋਗੇ। ਹੁਣ ਸਭ ਤੋਂ ਪਹਿਲੀ ਗੱਲ ਤੇ ਇਹ ਸੋਚ ਵਿੱਚੋਂ ਹੀ ਬੰਦਾ ਨਹੀਂ ਪਾਰ ਹੋ ਪਾ ਰਿਹਾ ਨਾ। ਕਿਵੇਂ ਪਾਰ ਹੋਵੇ? ਆਮ ਬੰਦਾ ਤੇ ਪਾਰ ਹੀ ਨਹੀਂ ਹੋ ਪਾ ਰਿਹਾ। ਹੁਣ ਦੇਖੋ, ਜਿੰਨਾ ਮਰਜ਼ੀ ਕਹਿ ਕੇ ਦੇਖ ਲਓ ਕਿ ਆ ਸਾਰਾ ਦਿਸਦਾ ਸੰਸਾਰ ਜਿਹੜਾ ਹੈ ਰੱਬ ਦਾ ਰੂਪ ਹੈ, ਅਸੀਂ ਮੰਨਣ ਲਈ ਕੀ ਤਿਆਰ ਹਾਂ? ਬਿਲਕੁਲ ਵੀ ਨਹੀਂ, ਕਿਉਂਕਿ ਬਹੁਤੇ ਲੋਕ ਤੇ ਰੱਬ ਨੂੰ ਉੱਤੇ ਮੰਨ ਰਹੇ ਨੇ ਜਾਂ ਕਿਸੇ ਦੂਜੇ ਰੂਪ ਵਿੱਚ ਮੰਨ ਰਹੇ ਨੇ। ਜੇ ਹੁਣ ਅਸੀਂ ਕਹੀਏ ਕਿ ਹਰ ਬੰਦਾ ਰੱਬ ਦਾ ਰੂਪ ਹੈ, ਹਰ ਇੱਕ ਦੇ ਅੰਦਰ ਪ੍ਰਭੂ ਵਸਦਾ ਹੈ, ਅਸੀਂ ਹਰ ਇੱਕ ਨਾਲ ਰੱਬ ਵਰਗਾ ਪਿਆਰ ਸਤਿਕਾਰ ਦੇਣਾ ਹੈ, ਤੇ ਕੀ ਇਸ ਗੱਲ ਨੂੰ ਅਸੀਂ ਮੰਨਣ ਲਈ ਤਿਆਰ ਹਾਂ? ਝੱਟ ਅਸੀਂ ਕਹਿਣਾ ਵੀ ਅਸੀਂ ਕਿਵੇਂ ਕਰੀਏ ਪਿਆਰ ਜੋ ਐਵੇਂ ਦਾ ਹੋ। ਇਹੀ ਗੱਲ ਅਗਲਾ ਕਹਿ ਰਿਹਾ। ਮੇਰ ਤੇਰ ਦੇ ਵਿਤਕਰੇ ਨੇ। ਅਸੀਂ ਆਪਣੇ ਵਾਸਤੇ ਤਾਂ ਚਾਹੁੰਦੇ ਹਾਂ ਵਿਹਾਰ ਸਾਡੇ ਵਾਸਤੇ ਲੋਕ ਆਦਰ ਸਤਿਕਾਰ ਵਾਲਾ ਕਰਨ, ਸਾਡੀ ਗੱਲ ਮੰਨਣ, ਤੇ ਦੂਜਿਆਂ ਨੂੰ ਅਸੀਂ ਮਨਾਉਣਾ ਚਾਹੁੰਦੇ ਹਾਂ। ਦੂਜੇ ਵੀ ਤੇ ਹੀ ਚਾਹੁੰਦੇ ਨੇ ਵੀ ਸਾਡੀ ਗੱਲ ਮੰਨੇ। ਦੂਜੇ ਦੇ ਅਸੀਂ ਕਿਸ ਦੀ ਮੰਨ ਕੇ ਰਾਜੀ ਨਹੀਂ। ਦੂਜਿਆਂ ਤੋਂ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜੀ ਕਰਕੇ ਬੁਲਾਉਣ, ਲੇਕਿਨ ਅਸੀਂ ਦੂਜਿਆਂ ਨੂੰ ਜੀ ਕਰਕੇ ਨਹੀਂ ਬੁਲਾ ਰਹੇ। ਜਿਹੋ ਜਿਹਾ ਵਿਹਾਰ ਦੂਜਿਆਂ ਤੋਂ ਚਾਹੁੰਦੇ ਆ, ਉਹੋ ਜਿਹਾ ਵਿਹਾਰ ਨਹੀਂ ਕਰ ਰਹੇ। ਪਹਿਲਾਂ ਤਾਂ ਇਹ ਖਾਈ ਹੈ,
इस खाई नूं, इस खाल नूं किवें पार करिए। पहला तां समस्या ये है। इस तो अगे है भरम कोट। कोट का मतलब किला, एक किला। जे कोट के टैंके थले औंकड़ ना होए तां इहदा मतलब हो जांदा बहुते किले। ते जे कोट के टैंके नाल सिहारी होए फिर इहदा मीनिंग हो जांदा करोड़। जिवें कई कोट होए पुजारी, उत्थे कोट, कोट का मतलब करोड़, इत्थे कोट का मतलब किला। भरम कोट, भरम का किला है, भुलेखा। हुण भरम के किले नूं तोड़िए तां जिहड़ा है अगे जाइए। ते भरम की है? भरम का मतलब हुंदा है भुलेखा। कोई चीज होर होवे ते दिसदी कोई होर होवे, दिसे कुछ होर ते असलीयत ओदी कुछ होर होवे, ਉਹਨੂੰ ਕਹਿੰਦੇ ਨੇ ਭਰਮ। ਜਿਵੇਂ ਰਾਤ ਦੇ ਹਨੇਰੇ ਵਿੱਚ ਰੱਸੀ ਪਈ ਹੋਵੇ ਤੇ ਸਾਨੂੰ ਦਿਸਦੇ ਸੱਪ, ਤਾਂ ਭਰਮ ਪੈ ਗਿਆ ਨਾ, ਹੈ ਕੋਈ ਚੀਜ਼ ਹੋਰ, ਦਿਸ ਕੋਈ ਹੋਰ ਰਹੀ ਹੈ, ਇਹਨੂੰ ਕਹਿੰਦੇ ਨੇ ਭਰਮ। ਹੁਣ ਰੱਬ ਕੁਛ ਹੈ ਤੇ ਹੋਰ ਦਿਸ ਸਾਨੂੰ ਕੁਛ ਹੋਰ ਰਿਹਾ ਹੈ। ਅਸਲੀਅਤ ਜ਼ਿੰਦਗੀ ਦੀ ਕੁਛ ਹੋਰ ਹੈ, ਅਸੀਂ ਕੁਛ ਹੋਰ ਮੰਨੀ ਬੈਠੇ ਹਾਂ। ਤੇ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੇ ਭਰਮ ਦੇ 5 ਭੇਦ ਮੰਨੇ ਨੇ, 5 ਕਿਸਮ ਦਾ ਭਰਮ ਮੰਨਿਆ ਹੈ। ਭਾਈ ਕਾਨ ਸਿੰਘ ਨਾਭਾ ਜੀ ਲਿਖਦੇ ਨੇ, ਸਭ ਤੋਂ ਪਹਿਲਾ ਹੈ ਭੇਦ ਭਰਮ। ਭੇਦ ਭਰਮ ਕਹਿੰਦੇ ਨੇ ਕਰਤਾਰ ਨੂੰ ਆਤਮਾ ਰੂਪ ਨਾ ਮੰਨ ਕੇ ਉਹਦੇ ਵਿੱਚ ਅਨੇਕ ਭੇਦ ਕਲਪਨੇ, ਅਨੇਕ ਭੇਦ ਯਾਨੀ ਉਹਨੂੰ ਅਵਤਾਰ ਮੰਨ ਲੈਣਾ ਜਾਂ ਕੁਛ ਮੰਨਣਾ, ਸ਼ਕਤੀ ਰੂਪ ਨਾ ਮੰਨ ਕੇ ਤੇ ਸਰਬ ਵਿਆਪਕ ਨਾ ਮੰਨ ਕੇ ਅਨੇਕਾਂ ਰੂਪਾਂ ਵਿੱਚ ਮੰਨ ਲੈਣਾ ਕਿ ਉਹ ਅਵਤਾਰ ਫਲਾਣਾ, ਅਵਤਾਰ ਫਲਾਂ, ਅਵਤਾਰ ਫਲਾਂ, ਅਵਤਾਰ। ਪਹਿਲਾ ਤਾਂ ਇਹ ਭਰਮ ਹੈ। ਪਹਿਲਾ ਤਾਂ ਭਰਮ ਇਹ ਹੈ ਕਿ ਰੱਬ ਦਾ ਕੋਈ ਅਵਤਾਰ ਨਹੀਂ ਹੈ, ਇਹ ਭਰਮ ਨੂੰ ਦੂਰ ਕਰਨਾ ਹੈ। ਦੂਜਾ ਭਰਮ ਹੈਗਾ ਕਰਤ੍ਰਿਤਵ ਭਰਮ। ਕਰਤ੍ਰਿਤਵ ਭਰਮ, ਇਹਦਾ ਮਤਲਬ ਇਹ ਹੈਗਾ ਕਿ ਇਹ ਖਿਆਲ ਕਰਨਾ ਕਿ ਕਰਤਾ ਮੈਂ ਆ। ਦੂਜਾ ਭਰਮ ਇਹ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ। ਤੀਜਾ ਭਰਮ ਹੈਗਾ ਸੰਗ ਭਰਮ। ਸੰਗ ਭਰਮ ਦਾ ਮਤਲਬ ਹੈਗਾ ਕਿ ਮੈਂ ਦੇਹ ਰੂਪ ਹਾਂ, ਜੰਮਦਾ ਔਰ ਮਰਦਾ ਹਾਂ। ਚੌਥਾ ਭਰਮ ਹੈਗਾ ਵਿਕਾਰ ਭਰਮ, ਜਿਹੜਾ ਲੋਕ ਮੰਨਦੇ ਨੇ ਵੀ ਜਗਤ ਜਿਹੜਾ ਹੈ ਇਹ ਬ੍ਰਹਮ ਦਾ ਵਿਕਾਰ ਹੈ। ਤੇ ਪੰਜਵਾਂ ਹੈ ਸਤਿਅਤ੍ਰ ਭਰਮ, ਯਾਨੀ ਬ੍ਰਹਮ ਤੋਂ ਜੁਦਾ ਮੰਨ ਕੇ ਜਗਤ ਵਿੱਚ ਸੱਤੇ ਬੁੱਧੀ ਕਿ ਮੈਂ ਰੱਬ ਨਾਲੋਂ ਵੱਖਰਾ ਹਾਂ, ਇਹ ਭਰਮ ਹੈ। ਹੁਣ ਇਹਨਾਂ ਭਰਮਾਂ ਨੂੰ ਫਿਰ ਤੋੜੇ ਬੰਦਾ, ਪਹਿਲਾਂ ਤਾਂ ਮਾਇਆ ਦੀ ਖਾਈ ਲੰਘੇ, ਫਿਰ ਇਸ ਭਰਮ ਭੁਲੇਖੇ ਨੂੰ ਤੋੜੇ। ਹੁਣ ਸਾਡੀ ਜ਼ਿੰਦਗੀ ਵਿੱਚ ਭਰਮ ਹੈ ਨਾ ਇੱਕ, ਜਿਸ ਚੀਜ਼ ਨੂੰ ਅਸੀਂ ਥੋੜਾ ਸਮਝੀਏ। ਆਮ ਬੰਦੇ ਨੇ ਇਹ ਭੁਲੇਖਾ ਪਾਲ ਲਿਆ ਨਾ ਕਿ ਜੈਸੀ ਜ਼ਿੰਦਗੀ ਮੈਂ ਜੀ ਰਿਹਾ ਇਹਦੇ ਵਿੱਚੋਂ ਸੁੱਖ ਪੈਦਾ ਹੋਏਗਾ। ਈਰਖਾ ਕਰਕੇ, ਦੂਜਿਆਂ ਨੂੰ ਨੀਵਾਂ ਦਿਖਾ ਕੇ, ਆਪ ਹੰਕਾਰੀ ਬਣ ਕੇ, ਠੱਗੀਆਂ ਮਾਰ ਕੇ, ਪ੍ਰੋਪਰਟੀ ਬੇਸ਼ੱਕ 2 ਨੰਬਰ ਨਾਲ ਇਕੱਠੀ ਹੋ ਜਾਏ, ਮੈਂ ਐਵੇਂ ਸੁਖੀ ਹੋਵਾਂਗਾ। ਇਹ ਭਰਮ ਹੀ ਹੈ ਨਾ। ਤੇ ਇਸ ਅੱਜ ਤੱਕ ਕੋਈ ਇਹਨਾਂ ਚੀਜ਼ਾਂ ਨਾਲ ਸੁਖੀ ਹੋਇਆ ਤੇ ਨਹੀਂ, ਖੁਸ਼ ਹੋਇਆ ਤੇ ਨਹੀਂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਭਰਮ ਦਾ ਕਿਲਾ, ਮਾਇਆ ਦੀ ਖਾਈ, ਇਹਨੂੰ ਹੁਣ ਤੋੜੀਏ ਕਿਵੇਂ? ਪ੍ਰੋਬਲਮ ਇਹ ਹੈ, ਬੜੀ ਵੱਡੀ ਸਮੱਸਿਆ। ਇਸ ਸਮੱਸਿਆ ਦਾ ਸੋਲੂਸ਼ਨ ਕਿਵੇਂ ਹੋਵੇ, ਹੱਲ ਕਿਵੇਂ ਹੋਵੇ? ਤੇ ਇਸ ਭਰਮ ਨੂੰ ਖਤਮ ਕਰਨ ਲਈ, ਮਾਇਆ ਦੀ ਖਾਈ ਨੂੰ ਭਰਨ ਲਈ ਅਸੀਂ ਕਿੰਨੇ ਕਰਮ ਕਰ ਰਹੇ ਹਾਂ, ਭਰਮ ਦੇ ਵਿੱਚ ਹੀ ਕਰੀ ਜਾ ਰਹੇ ਹਾਂ ਕਿ ਸ਼ਾਇਦ ਵਰਤ ਰੱਖ ਕੇ, ਨਰਾਤੇ ਰੱਖ ਕੇ, ਸਰਾਧ ਕਰਕੇ, ਜੋਤਾਂ ਜਗਾ ਕੇ, ਨਾਰੀਅਲ ਰੱਖ ਕੇ, ਸ਼ਨੀ ਨੂੰ ਪੂਜ ਕੇ, ਜਪ ਤਪ ਕਰਕੇ, ਸਮਾਧੀਆਂ ਲਾ ਕੇ, ਤੀਰਥਾਂ ਤੇ ਨਹਾ ਕੇ, ਧੂਫਾਂ ਫੋਟੋਆਂ ਨੂੰ ਦਿਖਾ ਕੇ, ਭੋਗ ਲਾ ਕੇ, ਤੇ ਸ਼ਾਇਦ ਅਸੀਂ ਖੁਸ਼ ਹੋ ਜਾਵਾਂਗੇ, ਸਾਡੀ ਜ਼ਿੰਦਗੀ 'ਚ ਖੁਸ਼ੀ ਆ ਜਾਏਗੀ। ਲੇਕਿਨ ਆਈ ਤਾਂ ਨਹੀਂ, ਇਹ ਭਰਮ ਖਤਮ ਤਾਂ ਨਹੀਂ ਹੋਇਆ, ਮਾਇਆ ਮਿਟੀ ਨਹੀਂ। ਤਾਂ ਇਹਦਾ ਸੋਲੂਸ਼ਨ ਕੀ ਹੈ? ਹੁਣ ਅਗਲੀ ਪੰਕਤੀ ਦੇ ਅੰਦਰ ਉਹਦਾ ਸੋਲੂਸ਼ਨ ਦੱਸ ਰਹੇ ਨੇ ਕਿ ਹੱਲ ਕੀ ਹੈ ਇਸ ਦਾ, ਇਹਨੂੰ ਕਿਵੇਂ ਤੋੜ ਸਕਦੇ ਹਾਂ, ਇਹਨਾਂ ਪੰਜਾਂ ਨੂੰ ਕਿਵੇਂ ਅਧੀਨ ਕਰ ਸਕਦੇ ਹਾਂ, ਇਹਨਾਂ ਦੇ ਇਸ ਭਰਮ ਰੂਪ ਕਿਲੇ ਨੂੰ ਔਰ ਮਾਇਆ ਦੀ ਖਾਈ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰ ਪੂਰਾ ਆਰਾਧ ਬਿਖਮ ਦਲ ਫੋੜੀਏ। ਫੋੜੀਏ, ਫੋੜੀਏ ਦਾ ਮਤਲਬ ਖਤਮ ਕੀਤਾ ਜਾ ਸਕਦਾ ਹੈ, ਸਰ ਕੀਤਾ ਜਾ ਸਕਦਾ ਹੈ, ਹਰਾਈ ਜਾ ਸਕਦੀ ਹੈ। ਬਿਖਮ ਦਲ, ਦਲ ਦਾ ਮਤਲਬ ਫੌਜ। ਬਿਖਮ ਦਲ ਦਾ ਮਤਲਬ ਜਿਸ ਦਲ ਨੂੰ, ਜਿਸ ਫੌਜ ਨੂੰ ਜਿੱਤਣਾ ਬਹੁਤ ਔਖਾ ਹੈ, ਜਿਹੜੀ ਜ਼ਬਰਦਸਤ ਫੌਜ ਹੈ ਕਾਮ ਕ੍ਰੋਧ ਆਦਿਕ ਦੀ,
आराध का मतलब याद करके शरण विच आके, गुर पूरा आराध, जे पूरे गुरु नूं याद विच टिकाया जाए, जे पूरे गुरु की शरण विच आया जाए, मीनस कि गुरमत आशे अनुसार जिंदगी जीवी जाए, जे गुरु के ज्ञान मुताबिक जीवन जीवीए, बिखम दल फोड़िए तो इस हठीली फौज नूं, जबरदस्त फौज नूं एक पल के अंदर ही हराया जा सकता है, इनू जित्या जा सकता है, ये माया की खाई नूं पूरिया जा सकता है, भरम के किले नूं तोड़िया जा सकता है। किवें? गुर पूरा आराध, जे साडी याद दे अंदर पूरा गुरु टिक जाए। यानी सौखे शब्दों में मैं कहा तो जो वे ऑफ लाइफ श्री गुरु ग्रंथ साहिब जी महाराज सानू दे रहे हैं, इस वे ऑफ लाइफ नूं अपना के सतानी फौज नूं खत्म किया जा सकता है, माया दे इस माया वाली सोच नूं मुकाया जा सकता है, इस भरम दे किले नूं खत्म किया जा सकता है, जे असीं गुरमत आशे अनुसार जिंदगी जीवीए, जे गुरबाणी तो सेध लईए तो ऐसा हो सकता है। हों तिस अगे दिन रात रहा कर जोड़िए, कर दा मतलब हाथ, रहा नहीं पढ़ना बिंदी ला के रहा, फर्स्ट पर्सन की गल है। हो नहीं पढ़ना हो मैं, कि हे प्रभु मेहर कर, मैं दिन रात हाथ जोड़ के गुरु के सामने खलोता रहा। हे मालिक मेरे ते रहमत कर कि मैं दिन रात हाथ जोड़ के गुरु अगे खड़ा रहा। गुरु अगे हुण हाथ जोड़ के खलोन का मतलब नहीं कि इदां खलोते रहना, बस गुरु अगे हाथ जोड़ के खलोन का मतलब कि निम्रता दे नाल मैं गुरु दे दस्से राहां ते तुरां, गुरु दे बचनां दे उत्ते विश्वास करां, और निम्रता दे नाल विश्वास दा धारनी हो के मैं गुरु दे दस्से राहां ते तुरदा रहां, ज्ञान गुरु दी अगवाई विच मैं जींदा रहां ते इस विकार पाप और अपराध तो मैं बचिया रहां। श्लोक महला पंजवां। इलविक सभे उतरन नीत नीत गुण गाओ। इलविक का मतलब पाप, उतरन का मतलब उतर जाते ने, नीत नीत का मतलब नित नित, गुण गाओ का मतलब गुणा दे धारनी होवो। रोज हर पल प्रभु की सिफत सलाह करन दे नाल सारे पाप उतर जाते हैं। जिवें असीं सच बोलांगे तो झूठ खत्म हो जाएगा, प्रेम करांगे तो ईर्खा खत्म हो जाएगी, निम्रता विच रहांगे अहंकार मुक जाएगा। ओट कलेशां ऊपजहें नानक बिसरै नाऊं। जिवें रब्बी गुणां नूं याद कीतिਆਂ पाप उतर जाते ने ना, गुरु जी कहते ने जे रब दा हुक्म भुल जाए, जे रब दे गुण भुल जान तां कोट कलेशां उपजे, करोड़ां कलेश पैदा हो जाते ने, करोड़ां दुख पैदा हो जाते। जे याद करन नाल गुणां दे धारनी होण नाल करोड़ां कलेश मुकदे ने ना, तां जे रब्बी गुणां नूं भुला देंगे, गुणां वाली जिंदगी छड्ड देंगे, रब्बी रजा मुताबिक नहीं तुरांगे तां करोड़ां कलेश पैदा हो जाणगे, अनेकां दुख पैदा हो जाणगे। इसलिए जे चाहते हैं कि साडे जीवन विच जिहड़े दुख ने वो मुक जाण तां सानू गुणां दे नाल जुड़े रहना चाहिए। जे असीं चाहते हैं साडी जिंदगी विच कलेश ना पैदा होण तां सानू गुणां दे नाल जुड़े रहना चाहिए। महला पंजवां। नानक सतगुर भेटिया पूरी होवे जुगत। भेटिए नहीं पढ़ना, भेटिया, भेटिया का मतलब मिलन नाल, पूरी होवे दा मतलब मुकम्मल हो जाती है, जिस विच कोई उकाई नहीं। जुगत का मतलब जिउण दी जाच, जिंदगी गुजारन दा तरीका, वे ऑफ लाइफ। जे सतगुर मिल पे तां जिउण दी ठीक जाच आ जाती है। नानक सतगुर भेटिया पूरी होवे जुगत। जे असीं गुरु दे चरनां दी शरण विच रहीए, गुरमत आशे अनुसार जिंदगी जीवीए, तां सानू जीवन की सही मुकम्मल जुगत मिल सकती है, जिस दे अंदर कोई ऊणता ही नहीं। ते जे वो जीवन जुगत नूं अपना लईए तां उहदा रिजल्ट की होएगा? हसंदियां, खेलंदियां, पैनंदियां, खावंदियां, विचे होवे मुकत। विचे दा मतलब संसार दे विच विचरदियां, इस तरह हसदियां, खेडदियां, खांदियां, पहनदियां, यानी दुनिया के सारे काम कार करदियां, कामादिक विचारां विकारां तो बचे रहीदा, मुक्त हो जाईदा, इस दुनिया विच ही मुक्त हो जाईदा। हसदियां खेडदियां यानी खुशियां दे नाल जिंदगी बीतेगी। ते साडे जो आम धार्मिक बंदे ने, जिन्हां नूं असीं
ਆਮ ਜਿਹੜੇ ਨੇ ਗੁਰਮਤ ਤੋਂ ਅਣਜਾਣ ਨੇ, ਜਿਹੜੇ ਇਸ ਸੰਸਾਰ ਤੋਂ ਭਗੌੜੇ ਨੇ, ਉਹ ਤੇ ਜੇ ਤੁਸੀਂ ਹੱਸ ਪਏ ਤੇ ਉਹਨਾਂ ਨੇ ਕਹਿਣਾ ਤੁਸੀਂ ਬੇਵਕੂਫ ਹੋ, ਫਲਾ ਬੰਦਾ ਹੋਏ ਹੋਏ ਹੋਏ, ਉਹ ਤੇ ਯਾਰ ਬੜਾ ਬਦਤਮੀਜ਼ ਜੇ ਹੇੜ ਹੇੜ ਕਰਕੇ ਹੱਸਦਾ। ਬੰਦਾ ਪੁੱਛੇ ਵੀ ਹੋਰ ਢਾਈ ਮਾਰਦਾ, ਫਿਰ ਹੱਸਣਾ ਕੋਈ ਪਾਪ ਹੈ? ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ, ਇਹ ਨਹੀਂ ਕਿ ਅਸੀਂ ਅੰਨ ਛੱਡਣਾ ਹੈ ਤੇ ਦੁੱਧਾਧਾਰੀ ਬਣਨਾ ਹੈ ਤੇ ਫਲਾਹਾਰੀ ਬਣਨਾ ਹੈ ਤੇ ਅਸੀਂ ਕੁਛ ਖਾਣਾ ਨਹੀਂ ਤੇ ਬੋਲਣਾ ਨਹੀਂ। ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਸੰਸਾਰ ਵਿੱਚ ਰਹਿੰਦਿਆਂ ਹੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ। ਗੱਲ ਤਾਂ ਸੱਚ ਨਾਲ ਜੁੜਨ ਦੀ ਹੈ। ਹੱਸਦਿਆਂ ਖੇਡਦਿਆਂ ਜ਼ਿੰਦਗੀ ਫਿਰ ਬੀਤਦੀ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਪੌੜੀ ਸੋ ਸਤਿਗੁਰੂ ਧੰਨ ਧੰਨ ਜਿਨ ਭਰਮ ਗੜ ਤੋੜਿਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰੂ ਧੰਨ ਹੈ ਜਿਹਨੇ ਸਾਡਾ ਭਰਮ ਦਾ ਕਿਲਾ ਤੋੜ ਦਿੱਤਾ ਹੈ। ਕਿੰਨੇ ਭਰਮ ਭੁਲੇਖੇ ਗੁਰੂ ਨੇ ਦੂਰ ਕਰ ਦਿੱਤੇ ਨੇ। ਜਨਮ ਮਰਨ ਹੈ, ਨਰਕ ਸਵਰਗ ਹੈ, ਪਾਪ ਪੁੰਨ ਨੇ, ਪਪਿਸ਼ੇ ਵਿਕਾਰ ਨੇ, ਅਵਰਤਨ ਰਾਤੇ ਸਰਾਧ ਨੇ, ਵਹਿਮ ਨੇ, ਅੰਧ ਵਿਸ਼ਵਾਸ ਨੇ, ਔਰ ਸਾਡਾ ਭਰਮ ਕਿ ਅਸੀਂ ਕਾਮ ਕ੍ਰੋਧ ਕਰਕੇ ਹੀ ਸੁਖੀ ਰਹਿ ਸਕਦੇ ਹਾਂ, ਸਾਰੇ ਭਰਮ ਹੀ ਨੇ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਗੁਰੂ ਧੰਤਾ ਯੋਗ ਹੈ ਜਿਹਨੇ ਇਹ ਭਰਮ ਭੁਲੇਖਿਆਂ ਦੇ ਕਿਲੇ ਤੋੜ ਦਿੱਤੇ ਨੇ, ਭਟਕਣਾ ਦਾ ਕਿਲਾ ਤੋੜ ਦਿੱਤਾ ਹੈ। ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਗੁਰੂ ਕਹਿੰਦੇ ਨੇ ਅਚਰਜ ਵਡਿਆਈ ਵਾਲਾ ਹੈ ਉਹ ਗੁਰੂ, ਧੰਤਾ ਯੋਗ ਹੈ ਗੁਰੂ ਜਿਹਨੇ ਮੈਨੂੰ ਰੱਬ ਦੇ ਨਾਲ ਜੋੜ ਦਿੱਤਾ ਹੈ, ਰੱਬ ਦੇ ਨਾਲ ਮਿਲਾ ਦਿੱਤਾ ਹੈ, ਰੱਬ ਵਰਗਾ ਬਣਾ ਦਿੱਤਾ ਹੈ। ਜੋ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਉਹ ਬਣ ਹੀ ਰੱਬ ਵਰਗਾ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ। ਦਾਰੂ ਦਾ ਮਤਲਬ ਦਾਰੂ ਦਵਾਈ, ਦੇ ਦਾ ਮਤਲਬ ਦਿੰਦਾ ਹੈ। ਨਾਮ ਨਿਧਾਨ ਨਾਮ ਖਜ਼ਾਨਾ, ਅਖੁੱਟ ਦਾ ਮਤਲਬ ਅਮੁੱਕ ਜਿਹੜਾ ਮੁੱਕਦਾ ਨਹੀਂ। ਗੁਰੂ ਅਮੁੱਕ ਸਿਫਤ ਸਲਾਹ ਦਾ ਖਜ਼ਾਨਾ ਦਿੰਦਾ ਹੈ ਜੋ ਦਵਾਈ ਹੈ ਸਾਰੇ ਰੋਗਾਂ ਦੀ। ਸਰਬ ਰੋਗ ਕਾ ਔਖਦ ਨਾਮ। ਨਾਮ ਦਾ ਮਤਲਬ ਹੁਕਮ, ਸਾਰੇ ਰੋਗਾਂ ਦੀ ਦਵਾਈ ਹੁਕਮ ਹੈ, ਰੱਬ ਦੀ ਰਜ਼ਾ। ਰੱਬ ਦੀ ਰਜ਼ਾ ਵਿੱਚ ਤੁਰਨਾ ਸਾਰੇ ਰੋਗਾਂ ਦੀ ਦਵਾਈ ਹੈ, ਰੱਬੀ ਗੁਣ। ਤੇ ਰੋਗ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ, ਇਹਨਾਂ ਸਾਰਿਆਂ ਦੀ ਦਵਾਈ ਇੱਕ ਹੁਕਮ ਹੈ, ਇੱਕ ਰੱਬੀ ਸਿਫਤ ਸਲਾਹ ਹੈ, ਰੱਬੀ ਗੁਣ ਨੇ। ਜਦੋਂ ਗੁਣਾਂ ਦੇ ਨਾਲ ਜੁੜੋਗੇ ਤੇ ਕਾਮ ਕ੍ਰੋਧ ਆਦਿਕ ਸਾਰੇ ਰੋਗ ਮਿਟ ਜਾਣਗੇ। ਬਾਕੀ ਰਹੀ ਸਿਰ ਪੀੜ ਵਾਲੀ ਗੱਲ ਤੇ ਉਹ ਤੇ ਪੈਰਾਸੀਟਾਮੋਲ ਖਾਣ ਨਾਲ ਹਟ ਜਾਂਦੀ ਹੈ, ਬੁਖਾਰ ਲੈ ਜਾਂਦਾ, ਉਹ ਉਹਨਾਂ ਦੀ ਸਾਨੂੰ ਕੋਈ ਬਹੁਤੀ ਚਿੰਤਾ ਵੀ ਨਹੀਂ ਹੈ। ਮੇਨ ਜਿਹੜੇ ਰੋਗ ਨੇ ਕਾਮ ਕ੍ਰੋਧ, ਇਹ ਲਾਉਣ ਦੀ ਲੋੜ ਹੈ। ਇਹ ਬਿਮਾਰੀਆਂ ਮਨੁੱਖਤਾ ਦੇ ਗਲੇ ਚੋਂ ਲੈ ਜਾਣ ਤਾਂ ਮਨੁੱਖ ਆਤਮਕ ਜ਼ਿੰਦਗੀ ਜੀ ਸਕੇ। ਮਹਾ ਰੋਗ ਵਿਕਰਾਲ ਤਿਨੇ ਬਿਦਾਰੂ। ਤਿਨੇ ਦਾ ਮਤਲਬ ਤਿੰਨ ਹੀ ਉਸ ਗੁਰੂ ਨੇ। ਮਹਾ ਵਿਕਰਾਲ ਦਾ ਮਤਲਬ ਭਿਆਨਕ ਰੋਗ, ਤੇ ਉਹ ਭਿਆਨਕ ਰੋਗ ਕਿਹੜਾ ਹੈ? ਹਉਮੈ ਦੀਰਘ ਰੋਗ ਹੈ। ਉੱਥੇ ਦੀਰਘ ਰੋਗ ਕਹਿ ਰਹੇ ਨੇ, ਇੱਥੇ ਵਿਕਰਾਲ ਰੋਗ ਕਹਿ। ਤਾਂ ਇੰਜ ਸਾਡਾ ਭਿਆਨਕ ਰੋਗ ਗੁਰੂ ਨੇ ਨਾਸ ਕਰ ਦਿੱਤਾ ਹੈ। ਉਹ ਗੁਰੂ ਧੰਤਾ ਯੋਗ ਹੈ, ਯਾਨੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਇਹ ਜਿਹੜੇ ਭਿਆਨਕ ਰੋਗ ਨੇ, ਹੰਕਾਰ ਹੈ ਜਾਂ ਕਾਮ ਕ੍ਰੋਧ ਲੋਭ ਨੇ, ਇਹ ਸਾਰੇ ਦੇ ਸਾਰੇ ਦੂਰ ਹੋ ਜਾਂਦੇ ਨੇ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ। ਬਹੁਤ ਖਜ਼ਾਨਿਆਂ ਦਾ ਮਤਲਬ ਵੱਡਾ ਖਜ਼ਾਨਾ, ਸਾਰਿਆਂ ਖਜ਼ਾਨਿਆਂ ਦਾ ਸਾਰ ਖਜ਼ਾਨਾ। ਜਿਸ ਮਨੁੱਖ ਨੇ ਗੁਰੂ ਪਾਸੋਂ ਨਾਮ ਨਿਧਾਨ ਗੁਣਾਂ ਦਾ ਖਜ਼ਾਨਾ ਲੱਭ ਲਿਆ, ਉਹਨੇ ਬਹੁਤ ਵੱਡਾ ਖਜ਼ਾਨਾ ਹਾਸਿਲ ਕਰ ਲਿਆ, ਸੁੱਖਾਂ ਦਾ, ਸ਼ਾਂਤੀ ਦਾ, ਆਨੰਦ ਦਾ, ਪ੍ਰਸੰਨਤਾ ਦਾ। ਯਾਨੀ ਰੱਬੀ ਗੁਣਾਂ ਦਾ ਖਜ਼ਾਨਾ ਇੱਕ ਐਸਾ ਖਜ਼ਾਨਾ ਹੈ ਜਿਸ ਦੇ ਅੰਦਰੋਂ ਸਾਰੇ ਸੁੱਖ ਪੈਦਾ ਹੋ ਜਾਣਗੇ, ਸ਼ਾਂਤੀ ਆਨੰਦ ਪੈਦਾ ਹੋਏਗਾ। ਜਿੱਤਾ ਜਨਮ ਅਪਾਰ ਆਪ ਪਛਾਨਿਆ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜਿਸ ਮਨੁੱਖ ਨੇ ਆਪਣੇ ਆਪੇ ਦੀ ਪਛਾਣ ਕਰ ਲਈ, ਉਹਨੇ ਇਸ ਜੀਵਨ ਨੂੰ ਜਿੱਤ ਲਿਆ। ਮੇਨ ਗੱਲ ਹੈ ਆਪਣੇ ਆਪੇ ਦੀ ਪਛਾਣ ਕਰਨੀ। ਆਮ ਬੰਦੇ ਦੀ ਪ੍ਰੋਬਲਮ ਇਹ ਹੈ ਕਿ ਉਹਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੇ ਖੜਾ ਹਾਂ, ਮਾਨਸਿਕ ਤੌਰ ਤੇ ਮੈਂ ਕਿੱਥੇ ਖੜਾ ਹਾਂ। ਸਾਨੂੰ ਦੂਜਿਆਂ ਦੀ ਮਾਨਸਿਕਤਾ ਦਾ ਪਤਾ ਹੈ, ਅਸੀਂ ਦੂਜਿਆਂ ਦੀ ਮਾਨਸਿਕਤਾ ਬਾਰੇ ਗੱਲ ਕਰਦੇ ਹਾਂ, ਪਰ ਆਪਣੀ ਮੈਂਟੈਲਿਟੀ ਬਾਰੇ ਨਹੀਂ ਪਤਾ ਕਿ ਮੈਂ ਕਿੱਥੇ ਖੜਾ। ਤੇ ਜਿਨਨੇ ਆਪਣੇ ਆਪੇ ਨੂੰ ਪਛਾਣ ਲਿਆ ਕਿ ਮੇਰੇ ਵਿੱਚ ਇਹ ਔਗਣ ਨੇ, ਇਹਨਾਂ ਨੂੰ ਮੈਂ ਦੂਰ ਕਰਨਾ ਹੈ, ਇਹ ਗੁਣ ਧਾਰਨ ਕਰਨ ਦੀ ਲੋੜ ਹੈ। ਜਿਹਨੇ ਸੈਲਫ ਐਨਾਲਿਸਿਸ ਕੀਤਾ, ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢ ਕੇ ਗੁਣਾਂ ਦਾ ਧਾਰਨੀ ਹੋ ਗਿਆ, ਉਸ ਮਨੁੱਖ ਨੇ ਇਸ ਜੀਵਨ ਬਾਜੀ ਨੂੰ ਜਿੱਤ ਲਿਆ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ।
देव का मतलब समर्थ का मतलब शक्तिशाली, देव का मतलब ज्ञान स्वरूप, महिमा का मतलब वडियाई। तो गुरु जी कहते ने सत्या वाले गुरुदेव की वडियाई बयान नहीं की जा सकती, क्योंकि गुरु दे कोल अनंत ज्ञान है। गुरु दे दसे जीवन रास्ते दे अंदर अनंत खुशियां खेड़े आनंद और प्रसन्नतावां ने। ਤਾਂ ਗੁਰੂ ਦੀ ਮਹਿਮਾ ਨਹੀਂ ਕਹੀ ਜਾ ਸਕਦੀ, ਭਾਵ ਗੁਰੂ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਅਨੰਤ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਮਾਣੀ ਜਾ ਸਕਦੀ ਹੈ। ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ। ਸਤਿਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਹੜਾ ਅਪਰੰਪਰ, ਜਿਹਦਾ ਪਾਰ ਨਹੀਂ ਪਾਇਆ ਜਾਂਦਾ। ਅਲਖ ਦਾ ਮਤਲਬ ਜੋ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ, ਤੇ ਅਭੇਵ ਦਾ ਮਤਲਬ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ। ਗੁਰੂ ਉਸ ਪ੍ਰਭੂ ਦਾ ਹੀ ਰੂਪ ਹੈ। ਗੁਰੂ ਔਰ ਰੱਬ ਵਿੱਚ ਕੋਈ ਫਰਕ ਨਹੀਂ ਹੈ। ਗੁਰ ਪਰਮੇਸ਼ਰ ਏਕੋ ਜਾਨ। ਤਾਂ ਗੁਰੂ ਉਸ ਪ੍ਰਭੂ ਦਾ ਰੂਪ ਹੈ ਜੋ ਅਪਰੰਪਰ ਹੈ, ਜੋ ਅਲਖ ਹੈ, ਜੋ ਭੇਦ ਤੋਂ ਰਹਿਤ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਜੇ ਕਿਸੇ ਵੀਰ ਭੈਣ ਨੇ ਅੱਜ ਦੀ ਇਸ ਵਿਚਾਰ ਵਿੱਚ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਜੇ ਆਪਣੇ ਕੋਈ ਵਿਚਾਰ ਦੇਣੇ ਨੇ ਤਾਂ ਆਪਣੇ ਵਿਚਾਰ ਦੇ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।